ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਿੰਗਲ ਪਰਬਤ ਪਰ ਚੜ੍ਹ ਗੋਂਗ ਹੋਏ ਬਾਚਾਲ। ਕਾਇਰ ਹੋਇ ਭਟ ਜੈ ਧਰ ਕਰ ਜੇ ਕਿਰਪਾ ਕਿਰਪਾਲ। ਪਿੰਗਲ ਪਰਬਤ ਪਰ ਚੜ੍ਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਸ਼ਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਗੁਰੂ ਚਰਨਾਂ ਵਿੱਚ ਜੁੜ ਕਰਕੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਦਰਸ਼ਨ ਦੇ ਕੇ ਸੰਗਤਾਂ ਨੂੰ ਸਫਲਾ ਕਰ ਰਹੇ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਰੋਜ਼ਾਨਾ ਹੀ ਜੋ ਨਿਤਨੇਮ ਨਾਲ ਗੁਰੂ ਚਰਨਾਂ ਜੁੜਦੇ ਹਾਂ ਉਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਵੇਂ ਆਪਾਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਜਿਵੇਂ ਗੁਰੂ ਮਹਾਰਾਜ ਐਸੇ ਇਲਾਕੇ ਵਿੱਚ ਗਏ ਜਿਸ ਦਾ ਨਾਮ ਮੁਨਾਫਕ ਦੇਸ਼ ਹੈ ਸੀ, ਜਿੱਥੋਂ ਦੇ ਲੋਕ ਪਰਮੇਸ਼ਰ ਦੀ ਹੋਂਦ ਨੂੰ ਜਾਣਦੇ ਨਹੀਂ ਸੀ ਵੀ ਉਹ ਵਾਹਿਗੁਰੂ ਹੈ।
ਉਹ ਕੌਣ ਹੈ, ਕਦੋਂ ਹੋਇਆ ਹੈ ਤੇ ਕਿੱਥੇ ਰਹਿੰਦਾ ਹੈ। ਐਸੀ ਜਿਨ੍ਹਾਂ ਦੀ ਹਾਲਤ ਸੀ ਤੇ ਉੱਥੇ ਮਹਾਰਾਜ ਉਹਨਾਂ ਨੂੰ ਪਰਮੇਸ਼ਰ ਦੀ ਹੋਂਦ ਜਨਾਉਣ ਵਾਸਤੇ ਗਏ ਕਿ ਵਾਹਿਗੁਰੂ ਸਰਬ ਵਿਆਪੀ ਹੈ, ਸਰਬ ਕਲਾ ਸਮਰੱਥ ਹੈ। ਇੱਥੇ ਜਿਹੜੀ ਵੀ ਐਵੇਂ ਦੀ ਰੀਤੀ ਸੀ ਵੀ ਸਾਰੇ ਰਾਜੇ ਨੂੰ ਹੀ ਪਰਮੇਸ਼ਰ ਕਰਕੇ ਮੰਨਿਆ ਕਰਦੇ ਸੀ। ਜਦੋਂ ਕਿਤੇ ਜ਼ਰੂਰਤ ਹੋਣੀ ਖੇਤੀ ਕਰਨੀ ਤਾਂ ਰਾਜੇ ਨੂੰ ਕਹਿ ਕਰਕੇ ਮੀਂਹ ਪਵਾ ਲੈਂਦੇ ਅਤੇ ਰਾਜਾ ਵੀ ਇੰਦਰ ਦੇਵਤੇ ਦਾ ਮੰਤਰ ਉਚਾਰਨ ਕਰਕੇ ਮੀਂਹ ਪਾ ਦਿੰਦਾ ਸੀ। ਫਿਰ ਸਤਿਗੁਰੂ ਜੀ ਨੇ ਜਦੋਂ ਗਏ ਫਿਰ ਉੱਥੇ ਕੋਈ ਮੀਂਹ ਨਹੀਂ ਪਿਆ ਹੈ, ਜਿਸ ਕਰਕੇ ਜਿਸ ਖੇਤ ਦੇ ਪਾਸ ਗੁਰੂ ਸਾਹਿਬ ਜੀ ਹੈ ਸਨ, ਉੱਥੋਂ ਦਾ ਜ਼ਿਮੀਂਦਾਰ ਬੜਾ ਝੂਰਦਾ ਸੀ ਵੀ ਖੇਤੀ ਜਿਹੜੀ ਹੈ ਸੁੱਕ ਜਾਏਗੀ, ਅੰਨ ਹੋਏਗਾ ਨਹੀਂ, ਅੰਨ ਕਰਕੇ ਪ੍ਰਾਣ ਹੈ ਤੇ ਵੀ ਹੁਣ ਤੇ ਜੜਾ ਖਤਮ ਹੋ ਜਾਵਾਂਗੇ। ਗੁਰੂ ਸਾਹਿਬ ਜੀ ਨੇ ਇਹਦੇ ਦੁੱਖ ਦਾ ਕਾਰਨ ਪੁੱਛ ਲਿਆ। ਫਿਰ ਇਸ ਨੇ ਸਾਰੀ ਗੱਲ ਦੱਸੀ ਕਿਵੇਂ ਪਹਿਲਾਂ ਦੇ ਸੰਤ ਜੀ ਰਾਜੇ ਦੇ ਕਹਿਣ 'ਤੇ ਮੀਂਹ ਪੈ ਜਾਂਦਾ ਸੀ, ਹੁਣ ਪਤਾ ਨਹੀਂ ਕੀ ਹੋ ਗਿਆ, ਵਾਕ ਬਚਨ ਫੁਰ ਨਹੀਂ ਰਿਹਾ, ਖੇਤੀ ਨਹੀਂ ਹੋਏਗੀ ਤੇ ਅੰਨ ਛਕਾਂਗੇ ਨਹੀਂ ਤੇ ਪ੍ਰਾਣ ਜਿਹੜੇ ਛੁੱਟ ਜਾਣਗੇ, ਕਾਲ ਪੈ ਜਾਏਗਾ ਲੱਗਦਾ। ਗੁਰੂ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਪਰਮੇਸ਼ਰ ਦਾ ਭਜਨ ਕਰੋ, ਕਰਤਾਰ ਦਾ ਸਿਮਰਨ ਕਰੋ। ਇਹ ਕਹਿਣ ਲੱਗਾ ਵੀ ਕਰਤਾਰ ਕੌਣ ਹੈ, ਕਿੱਥੇ ਰਹਿੰਦਾ, ਕੈਸਾ ਹੈ। ਸਾਡੇ ਤੇ ਇੱਥੇ ਉਹ ਕਰਤਾਰ ਆ ਕੇ ਕਦੀ ਰਿਹਾ ਨਹੀਂ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਉਹ ਤੇ ਕਰਤਾਰ ਪਰਮੇਸ਼ਰ ਸਰਬ ਵਿਆਪੀ ਹੈ, ਸਾਰੇ ਥਾਂ ਪਰਿਪੂਰਨ ਹੋ ਰਿਹਾ ਹੈ, ਤੇਰੇ ਵਿੱਚ ਵੀ ਉਹ ਸਾਡੇ ਵਿੱਚ ਵੀ ਹੈ। ਇਹ ਕਹਿਣ ਲੱਗਾ ਵੀ ਜੇ ਉਹ ਹੈ ਕਰਤਾਰ ਜਿਹਦੀ ਤੁਸੀਂ ਗੱਲ ਕਰਦੇ ਤਾਂ ਉਹ ਵੀ ਮੈਨੂੰ ਦਿਖਾਓ, ਜਿਸ ਕਰਕੇ ਮੈਂ ਆਪਣੇ ਨੇਤਰਾਂ ਨਾਲ ਦੇਖ ਕੇ ਮੈਨੂੰ ਭਰੋਸਾ ਹੋ ਜਾਵੇ, ਫਿਰ ਮੈਂ ਉਹਦਾ ਸਿਮਰਨ ਕਰਾਂਗਾ। ਮਹਾਰਾਜ ਕਹਿਣ ਲੱਗੇ ਵੀ ਜ਼ਿਮੀਂਦਾਰਾ ਉਹ ਇਵੇਂ ਨਹੀਂ ਵੇਖਿਆ ਜਾਂਦਾ, ਉਹ ਤੇ ਕੁਦਰਤ ਦੁਆਰਾ ਜਾਣਿਆ ਜਾਂਦਾ, ਦੇਖਿਆ ਜਾਂਦਾ ਹੈ। ਇਹ ਕਹਿਣ ਲੱਗਾ ਵੀ ਕੁਦਰਤ ਕੀ ਹੈ, ਉਹ ਵੀ ਨਹੀਂ ਮੈਂ ਦੇਖੀ ਹੈ ਸੁਣੀ ਹੈ, ਆਪ ਜੀ ਕੁਦਰਤ ਬਾਰੇ ਦੱਸ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੇ ਕੁਦਰਤ ਦੇਖਣੀ ਹੈ ਤੂੰ ਤੇ ਆਪਣੇ ਘਰ ਚਲਿਆ ਜਾ, ਹਲ ਲੈ ਕੇ ਆ, ਬੀਜ ਬੀਜਦੇ ਫਿਰ ਤੈਨੂੰ ਕੁਦਰਤ ਦਿਖਾਉਂਦੇ ਆ ਵੀ ਕੁਦਰਤ ਕੈਸੀ ਉਸਦੀ। ਇਹ ਕੁਝ ਸੁਣ ਕੇ ਨਗਰ ਚਲਾ ਗਿਆ। ਨਗਰ ਦੇ ਲੋਕਾਂ ਨੇ ਇਹਨੇ ਕਿਹਾ, ਉਹਨਾਂ ਅੱਗੋਂ ਮਖੌਲ ਜਿਹਾ ਕੀਤਾ, ਕਹਿਣ ਲੱਗਾ ਵੀ ਤੂੰ ਸਾਨੂੰ ਕਹਿ ਰਿਹਾ ਵੀ ਬੀਜ ਬੀਜ ਦਿਓ, ਆ ਪਹਿਲਾਂ ਖੇਤੀ ਬੀਜੀ ਉਹ ਤੇ ਸੁੱਕ ਰਹੀ ਹੈ, ਐਵੇਂ ਹੋਰ ਬੀਜ ਬੀਜ ਕੇ ਆਪਣਾ ਵੀ ਖਰਾਬ ਕਰ ਲਈਏ, ਤੂੰ ਹੀ ਬੀਜ ਲਾ ਤੇ ਤੂੰ ਹੀ ਦਾਣਿਆਂ ਨਾਲ ਆਪਣਾ ਘਰ ਭਰ ਲਾ। ਇਹ ਕੁਝ ਸੁਣ ਕੇ ਗੁਰੂ ਸਾਹਿਬ ਜੀ ਪਾਸ ਆ ਗਿਆ। ਕਹਿਣ ਲੱਗਾ ਮਹਾਰਾਜ ਲੋਕ ਤੇ ਮੈਨੂੰ ਮਖੌਲ ਕਰਦੇ ਆ। ਮਹਾਰਾਜ ਕਹਿੰਦੇ ਵੀ ਤੂੰ ਸਾਡਾ ਵਚਨ ਮੰਨ ਕੇ ਤੇ ਇਸ ਤਰ੍ਹਾਂ ਕਰ ਲਾ, ਫਿਰ ਅਸੀਂ ਵਿੱਚ ਜ਼ਿੰਮੇਦਾਰ ਹਾਂ, ਜਾਮਨ ਹਾਂ। ਇਹਨੇ ਸ਼ਰਧਾ ਧਾਰ ਕੇ ਚਲਾ ਗਿਆ ਘਰ, ਉਹ ਦਾਣੇ ਤੇ ਹਲ ਲੈ ਆਇਆ ਹੈ। ਵਾਹਿਗੁਰੂ ਵਾਹਿਗੁਰੂ ਕਰਦਾ ਖੇਤ ਨੂੰ ਵਾਹ ਕੇ ਤੇ ਦਾਣੇ ਦਾ ਬੀਜ ਦੇ ਦਿੱਤਾ ਕਣਕ ਦਾ। ਅਗਲੇ ਦਿਨ ਜਦੋਂ ਆ ਕੇ ਵੇਖਿਆ ਤਾਂ ਉਹ ਖੇਤੀ ਹਰੀ ਭਰੀ ਹੋਈ ਹੈ, ਫੁੱਟੀ ਪਈ ਸੋਹਣੀ। ਇਹ ਕੁਝ ਵੇਖ ਕੇ ਇਹ ਬੜਾ ਹੈਰਾਨ ਹੋਇਆ। ਲੋਕਾਂ ਨੇ ਸੁਣਿਆ ਤੇ ਲੋਕ ਵੀ ਭੱਜੇ ਆਏ ਹੈ, ਕਹਿੰਦੇ ਵੀ ਆਹ ਤੇ ਸਾਰੀਆਂ ਖੇਤੀਆਂ ਸੁੱਕ ਰਹੀਆਂ ਤੇ ਆਹ ਕੈਸੀ ਖੇਤੀ ਹੋ ਰਹੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਉਹ ਕੁਦਰਤ ਹੈ ਪਰਮੇਸ਼ਰ ਦੀ, ਇਹ ਉਹਦੀ ਕਲਾ ਹੈ, ਇਹ ਉਸਨੇ ਸ਼ਕਤੀ ਧਾਰਨ ਕੀਤੀ ਕੁਦਰਤ ਰੂਪ ਵਿੱਚ, ਉਹਦਾ ਹੀ ਇਹ ਪਸਾਰਾ ਹੈ। ਫਿਰ ਜ਼ਿਮੀਂਦਾਰ ਕਹਿਣ ਲੱਗਾ ਵੀ ਮੈਨੂੰ ਆਪ ਜੀ ਕੁਦਰਤ ਦੇ ਦਰਸ਼ਨ ਕਰਵਾਓ, ਜੇ ਇਸ ਕੁਦਰਤ ਦਾ ਤੁਸੀਂ ਕਹਿ ਰਹੇ ਹੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਜੇ ਤੂੰ ਕੁਦਰਤ ਦੇਖਣੀ ਹੈ ਤੇ ਅਗਲੇ ਕੱਲ੍ਹ ਆਈ, ਕੱਲ੍ਹ ਦਿਖਾਵਾਂਗੇ।
ਤੇ ਤੂੰ ਕੱਲ੍ਹ ਆ ਕੇ ਇੱਕ ਜਿਹੜਾ ਆਪਣੇ ਖੇਤੀ ਵਿੱਚ ਬੂਟੇ ਹੋਏ ਕਣਕ ਦੇ ਇੱਕ ਬੂਟਾ ਪੁੱਟ ਕੇ ਦੇਖ ਲਈ। ਇਹ ਅਗਲੇ ਦਿਨ ਆਇਆ ਹੈ, ਇਸ ਨੇ ਉਹ ਬੂਟਾ ਪੁੱਟਿਆ ਇੱਕ ਕਣਕ ਦਾ, ਥੱਲੇ ਕੀ ਵੇਖਦਾ ਵੀ ਅਗਨੀ ਦੇ ਅੰਗਾਰ ਜਿਹੜੇ ਮੱਚ ਰਹੇ ਹੈ। ਇਹ ਕੁਝ ਵੇਖ ਕੇ ਬੜਾ ਆਸ਼ਚਰਜ ਹੋਇਆ, ਲੋਕ ਵੀ ਇਕੱਠੇ ਆ ਹੋਏ। ਇਹ ਕੁਝ ਵੇਖ ਕੇ ਵੀ ਵੇਖੋ ਥੱਲੇ ਅੱਗ ਬਲ ਰਹੀ ਹੈ, ਉੱਪਰ ਹਰੀ ਖੇਤੀ ਹੈ। ਵੀ ਕਿੰਨੀ ਆਸ਼ਚਰਜ ਗੱਲ ਹੈ ਵੀ ਖੇਤੀ ਦੇ ਪਾਣੀ ਵਿੱਚ ਹੁੰਦੀ ਹੈ ਤੇ ਇਹ ਥੱਲੇ ਜਿਹੜੀ ਅੱਗ ਜੀ ਦਾ ਗਰਮੀ ਸਹੀ ਨਹੀਂ ਜਾ ਸਕਦੀ, ਉਸ ਅੱਗ ਦੇ ਉੱਪਰ ਹੀ ਆ ਖੇਤੀ ਹਰੀ ਭਰੀ ਲਹਿਰਾ ਰਹੀ ਹੈ। ਗੁਰੂ ਮਹਾਰਾਜ ਕਹਿਣ ਲੱਗੇ ਇਹੀ ਉਹ ਕੁਦਰਤ ਹੈ, ਐਸੀ ਉਹ ਸ਼ਕਤੀ ਧਾਰਦਾ ਹੈ ਵੀ ਥੱਲੇ ਜਿੱਥੇ ਅੱਗ ਹੈ ਉਹਦੇ ਉੱਪਰ ਉਸਨੇ ਖੇਤੀ ਪੈਦਾ ਕੀਤੀ ਹੋਈ ਹੈ। ਇਹ ਤੇ ਉਹਦਾ ਆਸ਼ਚਰਜ ਨਜ਼ਾਰਾ ਹੈ, ਇਹ ਉਸਨੇ ਪਸਾਰਾ ਬਸਾਰਿਆ, ਉਹ ਆਪ ਵੀ ਸਰਬ ਕਲਾ ਸਮਰੱਥ ਹੈ। ਉਹਦੀ ਕੁਦਰਤ ਜਿਹੜੀ ਹੈ, ਆ ਜਿਹੜਾ ਤੁਸੀਂ ਦੇਖ ਰਹੇ ਹੋ ਪਸਾਰਾ, ਇਹ ਵੀ ਮਹਾਨ ਹੀ ਹੈ, ਮਹਾਨ ਹੀ ਸ਼ਕਤੀ ਹੈ ਇਹਦੇ ਵਿੱਚ। ਵੀ ਨਹੀਂ ਤੇ ਕਦੀ ਅੱਗ ਦੇ ਉੱਪਰ ਵੀ ਖੇਤੀ ਹੋਈ ਹੈ, ਇਸੇ ਤਰ੍ਹਾਂ ਕਰ ਕਰਾ ਲੈਂਦਾ ਮਾਲਕ। ਫਿਰ ਇਹ ਕੁਝ ਦੇਖ ਕੇ ਜਿਹੜਾ ਸੁਣ ਕੇ ਮਹਿਮਾ ਰਾਜਾ ਵੀ ਉੱਥੇ ਆ ਗਿਆ। ਕਹਿਣ ਲੱਗਾ ਮਹਾਰਾਜ ਅਸੀਂ ਤੇ ਅਣਜਾਣ ਪੁਣੇ ਵਿੱਚ ਹੀ ਐਵੇਂ ਇੰਦਰ ਦੇਵਤੇ ਦਾ ਮੰਤਰ ਜਪ ਲੈਂਦੇ ਸਾਂ, ਜਿਸ ਕਰਕੇ ਮੀਂਹ ਪੈ ਜਾਂਦਾ ਸੀ। ਇਹ ਖੋਟੀ ਰੀਤੀ ਧਾਰਨ ਕੀਤੀ। ਆਪ ਜੀ ਨੇ ਆ ਕੇ ਰੀਤੀ ਹਟਾਈ ਵੀ ਚੰਗੀ ਰੀਤੀ ਨਹੀਂ, ਆਪ ਤੇ ਮਹਾਨ ਹੋ, ਹੁਣ ਕਿਰਪਾ ਕਰਕੇ ਆਪਣਾ ਵਿਦੇਸ਼ ਬਖਸ਼ੋ, ਜਿਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਅਸੀਂ ਵੀ ਉਸ ਵਿਦੇਸ਼ ਦੀ ਕਮਾਈ ਕਰ ਸਕੀਏ। ਉਸੇ ਤਰ੍ਹਾਂ ਮੈਂ ਕਰਾਂਗਾ ਮਿਲ ਜੁਲ ਕੇ। ਮਹਾਰਾਜ ਕਹਿਣ ਲੱਗੇ ਵੀ ਰਾਜਾ ਤੂੰ ਜਿਹੜਾ ਸਤਿਨਾਮ ਵਾਹਿਗੁਰੂ ਜਪਿਆ ਕਰ, ਧਰਮਸ਼ਾਲਾ ਜਿਹੜੀ ਹੈ ਉਹਨੂੰ ਬਣਾਓ, ਦੋਵੇਂ ਟਾਈਮ ਸੰਗਤ ਕਰਿਆ ਕਰੋ, ਆਏ ਗਏ ਸਾਧੂ ਸੰਤ ਦੀ ਸੇਵਾ ਕਰਿਆ ਕਰੋ, ਭੁੱਖੇ ਨੂੰ ਭੋਜਨ ਛਕਾਇਆ ਕਰੋ, ਸਤਿਨਾਮ ਦਾ ਭਜਨ ਕਰਿਆ ਕਰੋ, ਜਿਸ ਕਰਕੇ ਤੁਸੀਂ ਸਭ ਕੁਝ ਪ੍ਰਾਪਤ ਕਰ ਲਓਗੇ। ਤੇ ਜਦੋਂ ਵੀ ਕੋਈ ਦੁੱਖ ਕਲੇਸ਼ ਹੋਵੇ ਜਾਂ ਕੋਈ ਕਾਮਨਾ ਇੱਛਾ ਪੂਰੀ ਕਰਨੀ ਹੋਵੇ, ਅਰਦਾਸ ਬੇਨਤੀ ਕਰਨੀ ਹੈ, ਕੜਾਹ ਪ੍ਰਸ਼ਾਦ ਦੇ ਕਰਕੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਫਿਰ ਇਕੱਠਿਆਂ ਹੋ ਕੇ ਸੰਗਤ ਵਿੱਚ ਅਰਦਾਸ ਕਰਨੀ, ਖੜਿਆਂ ਹੋ ਕੇ। ਉਹ ਪਰਮੇਸ਼ਰ ਆਪੇ ਸਾਰੀ ਜਿਹੜੀ ਹੈ ਇੱਛਾ ਵੀ ਪੂਰੀ ਕਰੇਗਾ, ਦੁੱਖ ਕਲੇਸ਼ ਵੀ ਨਿਵਰਤ ਕਰੇਗਾ। ਇਸ ਤਰ੍ਹਾਂ ਐਸੀ ਉਹਦੀ ਕੁਦਰਤ ਮਹਾਨ ਹੈ। ਇਹ ਜਿਹੜਾ ਤੁਸੀਂ ਵੇਖ ਰਹੇ ਹੋ ਸਭ ਕੁਝ, ਇਹ ਜਿਹੜੀ ਕੁਦਰਤ ਹੈ ਇਹਦਾ ਹੀ ਉਹ ਆਸਰਾ ਪਰਮੇਸ਼ਰ, ਉਹਦੇ ਆਸਰੇ ਸਭ ਟਿਕੀ ਹੋਈ ਹੈ। ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਇਹ ਜਣਾਇਆ ਕਿ ਉਹ ਵਾਹਿਗੁਰੂ ਸਰਬ ਵਿਆਪੀ ਹੈ, ਸਰਬ ਕਲਾ ਸੰਪੂਰਨ ਸਮਰੱਥ ਹੈ, ਜੋ ਕੁਝ ਵੀ ਦਿਸ ਰਿਹਾ ਉਸ ਦਾ ਪਸਾਰਾ ਹੈ। ਜਿਵੇਂ ਗੁਰੂ ਮਹਾਰਾਜ ਜੀ ਨੇ ਵੀ ਬਚਨ ਕੀਤੇ ਹੈ, ਅਨਕ ਰੂਪ ਖਿਨਮੈ ਕੁਦਰਤ ਧਾਰਦਾ, ਵੀ ਅਨੇਕਾਂ ਰੂਪ ਕੁਦਰਤ ਵਿੱਚ ਉਹ ਧਾਰਦਾ, ਤਰ੍ਹਾਂ ਤਰ੍ਹਾਂ ਦੇ ਹੋ ਕੇ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ ਆਸਾ ਦੀ ਵਾਰ ਵਿੱਚ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਕੁਦਰਤ ਜਿਹੜਾ ਹੈ ਕੁਦਰਤ ਐਸੀ ਉਹਦੀ ਮਹਾਨ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਸੀ ਜਿਨਸੀ ਰੰਗੀ। ਤੇ ਇਸ ਤਰ੍ਹਾਂ ਉਹ ਨਾਨਕ ਹੁਕਮੇ ਅੰਦਰ ਵੇਖੇ ਵਰਤੋ ਤਾਕੋ ਤਾਕ, ਸਭ ਤੇਰੀ ਕੁਦਰਤ ਤੂੰ ਕਾਦਰਤ ਕਰਤਾ ਪਾਕੀ ਨਾਹੀ ਪਾਕ। ਉਹ ਸਭ ਥਾਂ ਉਹਦੀ ਹੀ ਕੁਦਰਤ ਹੈ, ਉਹਦਾ ਹੀ ਪਸਾਰਾ ਹੈ, ਫੈਲਾਅ ਹੈ। ਐਵੇਂ ਮਹਾਰਾਜ ਜਿਹੜੇ ਲੋਕ ਬਿਲਕੁਲ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਸੀ ਜਾਣਦੇ, ਉਹਨਾਂ ਨੂੰ ਜਾ ਕੇ ਦਰਸਾਇਆ ਦਿਖਾਇਆ, ਵਾਹਿਗੁਰੂ ਦੀ ਹੋਂਦ ਜਣਾਈ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜਿਹੜੇ ਕੋਈ ਐਵੇਂ ਨਾਸਤਿਕ ਲੋਕਾਂ ਦੀਆਂ ਪੁਸਤਕਾਂ ਪੜ੍ਹ ਲੈਂਦੇ ਹੈ,
ਜਾਂ ਕੋਈ ਨਾਸਤਿਕ ਲੋਕਾਂ ਦੇ ਬਚਨ ਕਥਾ ਰੂਪ ਵਿੱਚ ਸੁਣ ਲੈਂਦੇ ਆ ਤੇ ਉਹ ਵੀ ਨਾਸਤਿਕ ਹੋ ਜਾਂਦੇ ਆ ਤੇ ਉਹ ਫਿਰ ਕਹਿਣ ਲੱਗ ਪੈਂਦੇ ਵੀ ਹੈ ਨਹੀਂ ਕੋਈ ਆ ਰੱਬ ਰੂਪ, ਹੈ ਨਹੀਂ ਕੋਈ ਆ ਧਰਮ ਰਾਜਾ, ਕੋਈ ਚਿੱਤਰਗੁਪਤ ਨਹੀਂ ਹੈਗਾ, ਕੋਈ ਨਰਕ ਸਵਰਗ ਨਹੀਂ ਹੈਗਾ, ਕੋਈ ਧਰਮ ਰਾਜਾ ਨਹੀਂ ਹੈਗਾ। ਇਹ ਤਾਂ ਸਭ ਐਵੇਂ ਗੱਲਾਂ ਬਣਾਈਆਂ ਹੋਈਆਂ, ਐਵੇਂ ਮਨ ਘੜਤ ਗੱਲਾਂ ਹਨ। ਇਹ ਤਾਂ ਇਵੇਂ ਦੀ ਗੱਲ ਹੈ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਜਦੋਂ ਰੋਂਦਾ ਹੋਵੇ ਚੁੱਪ ਕਰਾਉਣ ਵਾਸਤੇ ਕਹਿ ਦਿੰਦੀ ਹੈ ਵੀ ਤੂੰ ਚੁੱਪ ਕਰ ਦਾਂ ਕਿ ਜਾਂ ਤੈਨੂੰ ਹਊਏ ਨੂੰ ਫੜਾਵਾਂ। ਤੇ ਦੱਸੋ ਵੀ ਉਹ ਹਊਆ ਕੋਈ ਹੁੰਦਾ ਨਹੀਂ। ਐਵੇਂ ਮਾਂ ਨੇ ਇੱਕ ਬਹਾਨਾ ਬਣਾਇਆ ਹੋਇਆ ਬੱਚੇ ਨੂੰ ਚੁੱਪ ਕਰਾਉਣ ਦਾ। ਉਹ ਨਾ ਤਾਂ ਹਊਆ ਨਾਮ ਦੀ ਕੋਈ ਚੀਜ਼ ਹੈ, ਨਾ ਕੁਝ ਹੈਗਾ ਹੀ ਹੈ, ਬਸ ਇੱਕ ਮਨ ਘੜਤ ਮਾਂ ਨੇ ਬਹਾਨਾ ਘੜਿਆ ਹੋਇਆ। ਇਸੇ ਤਰ੍ਹਾਂ ਜਿਹੜੇ ਧਾਰਮਿਕ ਖਿਆਲੀ ਲੋਕ ਹੈ ਉਹਨਾਂ ਨੇ ਇੱਕ ਆਪਣਾ ਰੋਟੀ ਪਾਣੀ ਦਾ ਸਾਧਨ ਬਣਾਇਆ ਹੋਇਆ। ਐਵੇਂ ਡਰਾਵੇ ਜੇ ਦੇ ਕੇ ਵੀ ਲੋਕ ਸਾਨੂੰ ਸੁਣਨ, ਲੋਕ ਸਾਡੇ ਕੋਲ ਆਉਣ ਅਤੇ ਸਾਡੀ ਜਿਹੜੀ ਪੇਟ ਪੂਜਾ ਚੱਲਦੀ ਰਹੇ। ਇਹ ਤਾਂ ਲੋਕਾਂ ਨੇ ਐਵੇਂ ਹਊਆ ਬਣਾਇਆ ਹੋਇਆ ਮਾਂ ਦੇ, ਜਿਵੇਂ ਮਾਂ ਬੱਚੇ ਨੂੰ ਡਰਾਉਂਦੀ ਹੈ ਨਹੀਂ ਕੋਈ ਧਰਮ ਰਾਜਾ, ਕੋਈ ਨਰਕ ਸਵਰਗ ਚਿੱਤਰਗੁਪਤ ਹੈ ਨਹੀਂ ਆ, ਕੋਈ ਰੱਬ ਨਹੀਂ ਹੈਗਾ, ਜੇ ਹੋਵੇ ਤੇ ਦਿਸੇ ਨਾ ਉਹ। ਐਵੇਂ ਉਹ ਸੰਤ ਹਰਭਜਨ ਸਿੰਘ ਜੀ ਢੁੱਡੀ ਵਾਲੇ ਮਹਾਂਪੁਰਸ਼, ਉਹਨਾਂ ਦੱਸਿਆ ਵੀ ਸਾਡੇ ਪਿੰਡ ਵੀ ਕੈਸਾ ਹੈ ਸੀ। ਉਹ ਵੀ ਜਦੋਂ ਅਖੰਡ ਪਾਠ ਦੇ ਭੋਗ ਪੈਣੇ ਤੇ ਉਹਨੇ ਕਥਾ ਕਰਿਆ ਕਰਨੀ ਜਾ ਕੇ, ਤੇ ਉਹਨੇ ਵੀ ਇਹੋ ਕੁਝ ਹੈ ਨਹੀਂ ਕੋਈ ਧਰਮ ਰਾਜਾ, ਕੋਈ ਨਰਕ ਸਵਰਗ ਨਹੀਂ ਹੈਗਾ। ਇਹ ਤਾਂ ਐਵੇਂ ਜਿਹੜਾ ਕੋਈ ਕਥਾਵਾਚਕ ਹੈ ਨਾ ਮੂਰਖ ਲੋਕ, ਉਹਨਾਂ ਨੇ ਢੰਡੋਰਾ ਪਿੱਟਿਆ ਹੋਇਆ ਐਵੇਂ ਬਿਨਾਂ ਵਜ੍ਹਾ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਝੂਠ ਮਾਰਦੇ ਰਹਿੰਦੇ ਹੈ ਨਹੀਂ ਕੋਈ ਰੱਬ ਜੇ ਹੋਵੇ ਤੇ ਦਿਸੇ ਨਾ। ਉਹ ਸੰਤ ਹਰਭਜਨ ਸਿੰਘ ਜੀ ਐਵੇਂ ਕਹਿੰਦੇ 3-4 ਵਾਰੀ ਅਸੀਂ ਸੁਣਿਆ, ਫਿਰ ਅਖੀਰੀ ਤੇ ਬੋਲਣਾ ਹੀ ਸੀ ਕਿ ਦੱਸਣਾ ਤਾਂ ਪੈਂਦਾ ਹੀ ਹੈ ਨਾ ਵੀ ਹਾਂ ਹੈ ਕਿ ਨਹੀਂ ਹੈ। ਅਤੇ ਉਹ ਕਈ ਜਿਵੇਂ ਕਹਿ ਦਿੰਦੇ ਵੇਖੋ ਜੀ ਜਿਹੜਾ ਹਜ਼ੂਰੀ ਵਿੱਚ ਕਥਾ ਕਰ ਰਿਹਾ ਹੈ ਉਹ ਤਾਂ ਕਿਰਪਾ ਹੀ ਕਥਾ ਕਰ ਰਿਹਾ ਹੈ, ਐਵੇਂ ਉਹਨੂੰ ਨਹੀਂ ਕੁਝ ਕਹਿਣਾ ਚਾਹੀਦਾ। ਪਰ ਜੇ ਹੁਣ ਉਹ ਜਿੱਥੋਂ ਖਾਵੇ ਤਾਂ ਉੱਥੇ ਉਹ ਛੇਕ ਕਰੀ ਜਾਵੇ ਜਾਂ ਗਲਤ ਮਲਤ ਬੋਲੀ ਜਾਵੇ, ਤੁਹਾਨੂੰ ਕਵੇ ਕੋਈ ਨਾ, ਅਤੇ ਇਹ ਤਾਂ ਕੁਝ ਨਹੀਂ ਹੈ। ਇਹ ਤਾਂ ਸੁਣਨ ਵਿੱਚ ਵੀ ਗੁਨਾਹਗਾਰ ਹੀ ਹੋਣ ਵਾਲੀ ਗੱਲ ਹੈ, ਕਿਉਂਕਿ ਇਹੋ ਜਿਹਾ ਕੂੜ ਪ੍ਰਚਾਰ ਤਾਂ ਬਹੁਤ ਥਾਵਾਂ 'ਤੇ ਹੋ ਰਿਹਾ। ਜਿਹੜੀ ਤਰਕਸ਼ੀਲ ਜਮਾਤਾਂ ਨਵੀਆਂ ਕਾਇਮ ਹੋਈਆਂ ਹੈ, ਫਿਰ ਉਹ ਸੰਤ ਢੁੱਡੀ ਵਾਲੇ ਹਰਭਜਨ ਸਿੰਘ ਮਹਾਂਪੁਰਸ਼ਾਂ ਨੇ ਕਿਹਾ ਵੀ ਆ ਸੁਣ, ਆ ਉੱਲੂਆਂ ਨੇ ਕਦੀ ਸਾਰੀ ਉਮਰ ਸੂਰਜ ਨਹੀਂ ਵੇਖਿਆ ਹੈ, ਚਮਗਿੱਦੜਾਂ ਨੇ ਨਹੀਂ ਵੇਖਿਆ, ਚਾਮ ਚਿੜਕਾਂ ਨਹੀਂ ਵੇਖਦੀਆਂ। ਹੁਣ ਉੱਲੂ ਨੂੰ ਕੋਈ ਕਹਿ ਦੇ ਵੀ ਸੂਰਜ ਹੈਗਾ ਅਤੇ ਉਹਨੇ ਤਾਂ ਕਹਿਣਾ ਵੀ ਹੈ ਨਹੀਂ ਕੋਈ ਸੂਰਜ, ਅਤੇ ਕੀ ਸੂਰਜ ਹੈ ਨਹੀਂ ਗਾ। ਹੁਣ ਉੱਲੂ ਨੂੰ ਕਹਿ ਲਓ ਅਤੇ ਉਹਨੇ ਤਾਂ ਇਹੀ ਕਹਿਣਾ ਵੀ ਮੇਰੇ ਤਾਂ ਦਾਦੇ ਪੜਦਾਦੇ ਲੱਕੜਦਾਦੇ ਹੋਏ, ਉਹਨਾਂ 'ਤੇ ਕਿਸੇ ਨੇ ਗੱਲ ਨਹੀਂ ਕੀਤੀ ਸੂਰਜ ਦੀ। ਜੇ ਹੋਵੇ ਤਾਂ ਉਹ ਸਾਨੂੰ ਕਹਿੰਦੇ ਨਾ, ਸਾਨੂੰ ਦਿਸਦਾ ਨਾ ਸੂਰਜ। ਅਤੇ ਹੁਣ ਉਹ ਉੱਲੂਆਂ ਦੇ ਨਾਂ ਕਹਿਣੇ ਕਰਕੇ ਸੂਰਜ ਤਾਂ ਇਹ ਤਾਂ ਹੈ ਨਹੀਂ ਵੀ ਹੈਗਾ ਨਹੀਂ ਆ, ਜਾਂ ਚਾਮ ਚਿੜਕਾਂ ਕਹਿਣ, ਚਮਗਿੱਦੜ ਕਹਿਣ ਵੀ ਸੂਰਜ ਨਹੀਂ ਹੈਗਾ। ਸੂਰਜ ਤਾਂ ਹੈਗਾ ਹੀ ਹੈ। ਅੰਨਾ ਪੁਰਸ਼ ਹੈ ਜਿਹਦੀਆਂ ਅੱਖਾਂ ਨਹੀਂ ਹੈਗੀਆਂ, ਉਹਨੂੰ ਕਹਿ ਦਿਓ ਵੀ ਸੂਰਜ ਚੜ੍ਹ ਗਿਆ, ਬੜਾ ਚਾਨਣ ਹੋ ਗਿਆ, ਅਤੇ ਅੰਨੇ ਨੇ ਤਾਂ ਇਹੀ ਕਹਿਣਾ ਕਿੱਥੇ ਸੂਰਜ ਚੜ੍ਹਿਆ, ਇੱਥੇ ਤਾਂ ਹਨੇਰਾ ਹੀ ਹਨੇਰਾ ਹੈ। ਹੁਣ ਅੱਖਾਂ ਉਹਦੀਆਂ ਨਹੀਂ ਹੈਗੀਆਂ ਅਤੇ ਸੂਰਜ ਵਿੱਚੋਂ ਦੋਸ਼ ਕੱਢੀ ਜਾਵੇ ਤਾਂ ਕਿਹੜੀ ਉਹਦੀ ਸਮਝਦਾਰੀ ਹੈ। ਇਸੇ ਤਰ੍ਹਾਂ ਉਹਨਾਂ ਫਿਰ ਕਿਹਾ ਵੀ ਜਿਹੜੇ ਤੇਰੇ ਵਰਗੇ ਹੈ ਨਾ ਚਾਮ ਚਿੜਕਾਂ ਚਮਗਿੱਦੜਾਂ ਵਰਗੇ ਉੱਲੂਆਂ ਵਰਗੇ, ਉਹ ਜੇ ਕਹਿਣ ਪਰਮੇਸ਼ਰ ਹੈ ਨਹੀਂ ਤੇ ਐਸਾ ਨਹੀਂ ਵੀ ਹੈਗਾ ਨਹੀਂ। ਗਿਆਨ ਦੇ ਨੇਤਰ ਖੁੱਲੇ ਕੋਈ ਨਹੀਂ ਹੈ ਅਤੇ ਦੇਖ ਕਿੱਥੋਂ ਦਿਸੇ ਉਹ। ਅਤੇ ਉਹ ਜਿਹੜੇ ਨਾਸਤਿਕ ਲੋਕ ਜਿਹੜੇ ਇਹੋ ਜਿਹੀਆਂ ਗੱਲਾਂ ਕਹਿ ਦਿੰਦੇ ਵੀ ਪਰਮੇਸ਼ਰ ਹੋਵੇ ਅਤੇ ਰੱਬ ਦਿਸੇ ਨਾ, ਕਿੱਥੇ ਹੈਗਾ। ਐਵੇਂ ਗੱਲਾਂ ਬਣਾਈਆਂ, ਕਿੱਥੇ ਧਰਮ ਰਾਜਾ, ਕਿੱਥੇ ਚਿੱਤਰਗੁਪਤ, ਇਹ ਫਾਲਤੂ ਵਾਧੂ ਦੀਆਂ ਗੱਲਾਂ ਲੋਕਾਂ ਨੂੰ ਡਰਾਉਣ ਧਮਕਾਉਣ ਦੀਆਂ। ਇਹ ਲੋਕਾਂ ਨੇ ਇੱਕ ਆਪਣਾ ਕੰਮ ਚਲਾਇਆ ਹੋਇਆ ਹੈ, ਜੋ ਕੋਈ ਸਿੱਖਿਆ ਉਹ ਬੋਲੀ ਬਾਲੀ ਜਾਂਦਾ ਹੈ, ਐਵੇਂ ਕਹਿ ਦਿੰਦੇ ਹੈ।
ਪਰ ਵਾਹਿਗੁਰੂ ਆਪ ਵੀ ਮਹਾਨ ਹੈ, ਉਹਦੀ ਕੁਦਰਤ ਵੀ ਮਹਾਨ ਹੈ। ਸਾਧ ਸੰਗਤ ਜੀ, ਸੂਖਮ ਤੋਂ ਸੂਖਮ ਹੈ ਪਰਮੇਸ਼ਰ ਬੇਅੰਤ। ਉਹਦੀ ਤੇ ਰਚਨਾ ਹੀ ਐਸੀ ਸੂਖਮ ਬਣਾਈ ਹੋਈ ਜਿਹੜੀ ਦਿਸਦੀ ਨਹੀਂ ਹੈ, ਤੇ ਅਸੀਂ ਰੱਬ ਨੂੰ ਕਿੱਥੋਂ ਵੇਖ ਸਕਦੇ ਹਾਂ? ਕੁਝ ਚੀਜ਼ਾਂ ਨੇ ਐਸੀਆਂ ਬਣਾਈਆਂ ਜਿਹੜੀਆਂ ਦਿਸਣ ਵਾਲੀਆਂ, ਕੁਝ ਨਹੀਂ ਦਿਸਣ ਵਾਲੀਆਂ ਹੈ। ਹੁਣ ਸਾਡੇ ਸਰੀਰ ਦੇ ਅੰਦਰ ਆ ਮਨ ਹੈ, ਸਾਨੂੰ ਦੜਾਈ ਫਿਰਦਾ, ਚਾਰ ਚੁਫੇਰੇ ਰਾਤ ਦਿਨ ਲਾਈ ਫਿਰਦਾ ਹੈ। ਤਾਂ ਮਨ ਕੱਢ ਕੇ ਵਿਖਾਓ ਸ਼ੀਸ਼ੇ ਸਾਹਮਣੇ, ਮਨ ਕਿੱਥੇ ਹੈ ਕਿਸੇ ਨੂੰ ਪਤਾ ਮਨ ਮੇਰਾ ਕਿੱਥੇ ਹੈ, ਕਿੱਥੇ ਉਹ ਵੜਿਆ ਹੋਇਆ? ਉਹ ਕਹੀ ਜਾਂਦੇ ਮਨ ਮੇਰਾ ਨਹੀਂ ਮੰਨਦਾ ਹੈ, ਮਨ ਨਹੀਂ ਜੀ ਮੈਨੂੰ ਸਤਾਇਆ ਹੋਇਆ ਹੈ, ਮਨ ਮੇਰਾ ਬੜਾ ਦੁਖੀ ਹੈ। ਤੇ ਉਹ ਦਿਸਦਾ ਤੇ ਕਿਤੇ ਹੈ ਨਹੀਂ। ਇਸੇ ਤਰ੍ਹਾਂ ਜਿਹੜੀ ਬੁੱਧੀ ਹੈ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਦੀ ਹੈ ਵੀ ਇਹਦੇ ਵਿੱਚ ਮੈਨੂੰ ਲਾਭ ਹੋਏਗਾ, ਇਹਦੇ ਵਿੱਚ ਨੁਕਸਾਨ ਹੋਏਗਾ। ਤੇ ਉਹ ਬੁੱਧੀ ਸਾਨੂੰ ਦਿਸਦੀ ਹੈ ਵੀ ਕਿੱਥੇ ਹੈ ਬੁੱਧੀ। ਇਸੇ ਤਰ੍ਹਾਂ ਦਿਮਾਗ, ਉਹ ਸਾਨੂੰ ਪ੍ਰਤੱਖ ਦਿਸ ਰਿਹਾ ਕਿਤੇ। ਜਿਹੜੇ ਅੰਦਰ ਸਵਾਸ ਸਰੀਰ ਦੇ, ਤੇ ਉਹ ਵੀ ਸਾਨੂੰ ਕਿਹੜੇ ਦਿਸ ਰਹੇ ਹੈ, ਜਿਹਦੇ ਕਰਕੇ ਅੱਖਾਂ ਖੁੱਲ੍ਹ ਰਹੀਆਂ ਹੈ, ਅੰਦਰ ਬਾਹਰ ਪ੍ਰਾਣ ਜਾ ਰਹੇ ਹੈ, ਆ ਰਹੇ ਹੈ, ਉਹ ਸਾਨੂੰ ਕਿਹੜੇ ਦਿਸ ਰਹੇ ਹੈ? ਹਵਾ ਦਿਸਦੀ ਸਾਨੂੰ ਵੀ ਹਵਾ ਕਿੱਥੇ ਹੈ। ਰੁੱਖ ਹਿਲਦੇ ਆ, ਕੱਪੜੇ ਹਿਲਦੇ ਆ, ਕਈ ਚੀਜ਼ਾਂ ਹਿਲਦੀਆਂ ਤੇ ਕਹਿੰਦੇ ਵੀ ਹਵਾ ਆ ਗਈ। ਉਂਝ ਹਵਾ ਦੱਸ ਕੇ ਸੁਣਾ ਦਿਖਾਓ ਕੋਈ ਵੀ, ਆ ਲਾਲ ਰੰਗ ਦੀ ਹੈ, ਹਰੇ ਰੰਗ ਦੀ ਹੈ, ਕਾਲੇ ਰੰਗ ਦੀ ਹੈ। ਉਹਦੀ ਤੇ ਸਾਧ ਸੰਗਤ ਜੀ ਰਚਨਾ ਹੀ ਨਹੀਂ ਦਿਸ ਰਹੀ ਵੀ ਕੈਸੀ ਰਚਨਾ ਬਣਾਈ ਹੋਈ ਜਿਹੜੀ ਸਾਨੂੰ ਦਿਸ ਨਹੀਂ ਰਹੀ। ਆ ਸਵਾਸ ਨਿਕਲਦੇ ਆ ਤੇ ਅਸੀਂ ਵੇਖ ਨਹੀਂ ਸਕਦੇ ਹਾਂ। ਹੱਥ ਅੱਗੇ ਕਰਾਂਗੇ ਮੂੰਹ ਦੇ ਤੇ ਮਹਿਸੂਸ ਹੋ ਜਾਊਗਾ ਵੀ ਠੰਡੀ ਹਵਾ ਆ ਰਹੀ ਅੰਦਰੋਂ ਕਿ ਗਰਮ ਆ ਰਹੀ ਹੈ, ਜਾਂ ਬਾਹਰੋਂ ਹਵਾ ਲੱਗੇਗੀ ਠੰਡੀ ਗਰਮ ਤੇ ਮਹਿਸੂਸ ਕਰ ਲਵਾਂਗੇ। ਪਰ ਉਹ ਦਿਸਦੀ ਨਹੀਂ ਹੈ ਕਿ ਕਿਹੋ ਜਿਹੀ ਹੈ, ਕਿਸ ਤਰ੍ਹਾਂ ਦੀ ਹੈ, ਕੀ ਉਹਦਾ ਰੂਪ ਹੈ, ਕੀ ਉਹਦਾ ਆਕਾਰ ਹੈ। ਜਦੋਂ ਕੋਈ ਮਨੁੱਖ ਮਰ ਜਾਏ ਤੇ ਫਿਰ ਵੀ ਅਸੀਂ ਉਹਦੀ ਚਮੜੀ ਨੂੰ ਛੂਹਾਂਗੇ, ਅੰਗ ਪੈਰ ਨਬਜ ਜਾਂ ਨੱਕ ਮੂੰਹ ਅੱਗੇ ਹੱਥ ਕਰਾਂਗੇ ਤੇ ਪਤਾ ਚੱਲੇਗਾ ਵੀ ਉਹ ਚੜ੍ਹਾਈ ਕਰ ਗਿਆ, ਮਰ ਗਿਆ ਹੈ। ਪਰ ਐਵੇਂ ਨਹੀਂ ਦੱਸ ਸਕਦੇ ਵੀ ਹਾਂ ਵੀ ਉਹ ਹੈ ਨਹੀਂ ਹੈ। ਜਿੰਨਾ ਚਿਰ ਉਹਦੀ ਸਪਰਸ਼ ਨਾ ਕਰਾਂਗੇ, ਸਪਰਸ਼ ਕੀਤੇ ਪਤਾ ਲੱਗੇਗਾ। ਭਾਵੇਂ ਲੱਖ ਵਾਰੀ ਪਤਾ ਹੋਵੇ ਵੀ ਉਹ ਮਰ ਗਿਆ ਹੈ, ਫਿਰ ਵੀ ਜਿੰਨਾ ਚਿਰ ਨਬਜ ਨਹੀਂ ਫੜਾਂਗੇ ਉਹਨਾਂ ਚਿਰ ਭਰੋਸਾ ਨਹੀਂ ਹੋਊਗਾ। ਹੁਣ ਅੰਦਰ ਸਵਾਸ ਹੈ ਚੱਲ ਰਹੇ, ਪਰ ਉਹ ਦਿਸਦੇ ਕੋਈ ਨਹੀਂ ਹੈ। ਇਹ ਵੀ ਤੇ ਇਹਨਾਂ ਦਾ ਵੀ ਤੇ ਕੋਈ ਆਸਰਾ ਹੀ ਹੈ, ਮਨ ਦਾ ਵੀ ਕੋਈ ਆਸਰਾ ਬੈਠਾ ਹੈ, ਬੁੱਧੀ ਦਾ ਕੋਈ ਆਸਰਾ ਬੈਠਾ ਹੈ, ਚਿਤਵਣੀਆਂ ਕਰਨ ਵਾਲੇ ਚਿੱਤ ਦਾ ਕੋਈ ਆਸਰਾ ਬੈਠਾ ਹੈ। ਆਕਾਸ਼ ਇੰਨਾ ਸੂਖਮ ਹੈ, ਖਾਲੀ ਥਾਂ ਨੂੰ ਆਕਾਸ਼ ਕਿਹਾ ਜਾਂਦਾ। ਸਾਨੂੰ ਵੇਖੋ ਕਿ ਆਕਾਸ਼ ਦਾ ਕੋਈ ਕਣ ਦਿਸਦਾ ਵੀ ਕਿਹੋ ਜਿਹਾ ਆਕਾਸ਼ ਹੈ? ਉਹਦਾ ਕੋਈ ਕਣ ਨਹੀਂ ਦਿਸਦਾ। ਦੀਵਾਰਾਂ ਬਣਾਈਆਂ ਹੋਈਆਂ, ਪਲਸਤਰ ਅਸੀਂ ਕੀਤੇ ਹੋਏ, ਸਾਨੂੰ ਖਾਲੀ ਥਾਂ ਉੱਥੇ ਕਿਤੇ ਦਿਖਦਾ ਹੀ ਨਹੀਂ ਵੀ ਖਾਲੀ ਥਾਂ ਕਿਤੇ ਹੈਗਾ। ਤੇ ਇੰਨੀ ਆਕਾਸ਼ ਦੀ ਸੂਖਮਤਾ ਹੈ। ਹੁਣੇ ਤੁਸੀਂ ਕਿੱਲ ਲਿਆਓ, ਇੱਥੇ ਠੋਕਿਆ ਜਾਏ ਦੀਵਾਰ ਵਿੱਚ, ਉਹ ਠੁੱਕ ਜਾਏਗਾ। ਜੇ ਖਾਲੀ ਥਾਂ ਹੈਗੀ ਤਾਂ ਹੀ ਠੋਕਿਆ, ਉੱਦਾਂ ਕਿਵੇਂ ਠੁੱਕ ਗਿਆ ਉਹ? ਆਕਾਸ਼ ਹੀ ਇੰਨਾ ਸਾਧ ਸੰਗਤ ਜੀ ਸੂਖਮ ਹੈ। ਤੇ ਪਰਮੇਸ਼ਰ ਦੇ ਬਾਰੇ ਤੇ ਇਵੇਂ ਕਿਹਾ ਜਾਂਦਾ ਵੀ ਜਿਹੜਾ ਆਕਾਸ਼ ਦੀ ਸੂਖਮਤਾਈ ਹੈ, ਉਹ ਵੀ ਪਹਾੜ ਜਿਵੇਂ ਕੋਈ ਬੜੇ ਤਕੜੇ ਹੋਣ, ਇੰਨੇ ਆਕਾਸ਼ ਵੀ ਇੰਨਾ ਵੱਡਾ ਪੈ ਜਾਂਦਾ ਪਰਮੇਸ਼ਰ ਦੇ ਅੱਗੇ। ਇੰਨਾ ਸੂਖਮ ਹੈ ਉਹ। ਉਹਦੇ ਬਣਾਇਆ ਹੋਇਆ ਜਿਹੜਾ ਜੀਵ ਆਤਮਾ ਹੈ ਅੰਦਰ, ਜਦੋਂ ਸਰੀਰ ਛੁੱਟ ਜਾਂਦਾ ਉਹ ਵੀ ਨਹੀਂ ਦਿਸਦਾ ਹੈ। ਜਦੋਂ ਉਹਦੀ ਸਾਧ ਸੰਗਤ ਜੀ ਅਸੀਂ ਰਚਨਾ ਹੀ ਨਹੀਂ ਦੇਖ ਰਹੇ, ਫਿਰ ਉਹ ਮਾਲਕ ਕਿਵੇਂ ਦਿਸ ਜਾਏ? ਤੇ ਜਿਹੜੇ ਕੋਈ ਮੂਰਖ ਲੋਕ ਹੈ ਇਕੱਠੇ ਹੋਏ ਕਹਿੰਦੇ ਵੀ ਕਿੱਥੇ ਰੱਬ? ਜੇ ਹੋਵੇ ਤੇ ਦਿਸੇ ਨਾ ਸਾਨੂੰ। ਆ ਸਾਰੇ ਥਾਂ ਧਰਤੀ ਹੈ, ਹੁਣ ਧਰਤੀ ਦੇ ਸਾਰੇ ਥਾਂ ਪਾਣੀ ਹੈਗਾ, ਪਰ ਦਿਸਦਾ ਕਿੱਥੇ ਸਾਨੂੰ? ਉਹ ਪ੍ਰਗਟ ਕਰਾਂਗੇ ਤੇ ਦਿਸੇਗਾ। ਕੋਈ ਬੋਰ, ਮੱਛੀ ਬੋਰ ਆਦਿਕ ਕਰਾਂਗੇ ਮਸ਼ੀਨਾਂ ਰਾਹੀਂ, ਫਿਰ ਪਾਣੀ ਪ੍ਰਗਟ ਹੋਏਗਾ। ਬ੍ਰਹਮ ਗਿਆਨੀਆਂ ਨੇ
ਵਾਹਿਗੁਰੂ ਦੀ ਜਿਹੜੀ ਰਚਨਾ ਹੈ ਨਾ, ਆ ਸੂਰਜ, ਚੰਦਰਮਾ, ਆਕਾਸ਼, ਤਾਰੇ, ਬਨਸਪਤੀ, ਸਮੁੰਦਰ, ਇਹ ਰਚਨਾ ਵੇਖ ਕੇ ਅਨੁਮਾਨ ਲਾਇਆ ਵੀ ਉਹ ਪਰਮੇਸ਼ਰ ਬਹੁਤ ਤਕੜਾ ਮਹਾਨ ਹੈ। ਉਹਦਾ ਫੈਲਾਓ ਹੀ ਐਸੀ, ਉਹਦੀ ਸ਼ਕਤੀ ਕੁਦਰਤੀ ਐਸੀ, ਤਾਂ ਉਹ ਮਾਲਕ ਕੈਸਾ ਹੋਏਗਾ। ਆ ਜ਼ਿਮੀਂਦਾਰ ਖੇਤੀ ਬੀਜਦੇ ਹੈ, ਉਹ ਬੀਜ ਸੁੱਟ ਆਉਂਦੇ। ਪਹਿਲੀ ਗੱਲ, ਬੀਜ ਵੀ ਕਿਹੜਾ ਜ਼ਿਮੀਂਦਾਰ ਨੇ ਆਪਣੇ ਅੰਦਰੋਂ ਪੈਦਾ ਕੀਤਾ। ਉਹ ਜ਼ਮੀਨ ਵਿੱਚ, ਖੇਤ ਵਿੱਚ ਬੀਜ ਸੁੱਟ ਦਿੰਦੇ ਆ, ਅਤੇ ਫਿਰ ਕੁਝ ਦਿਨਾਂ ਬਾਅਦ ਉਹ ਜਿਹੜੇ ਅੰਕੁਰ ਫੁੱਟਦੇ ਆ, ਉਹ ਜ਼ਿਮੀਂਦਾਰ ਦੇ ਵੱਸ ਦੀ ਗੱਲ ਤਾਂ ਕੋਈ ਨਹੀਂ ਹੈਗੀ। ਉੱਥੇ ਕੋਈ ਦਵਾਈ ਤੇ ਕੰਮ ਨਹੀਂ ਕਰ ਸਕਦੀ। ਬਸ ਜ਼ਿਮੀਂਦਾਰ ਦੀ ਦਵਾਈ ਕੀੜੇ ਮਾਰ ਸਕਦੀ ਹੈ, ਪਰ ਉਹ ਜਿਹੜੇ ਦਾਣਿਆਂ ਵਿੱਚ ਅਨਾਜ ਪਾਉਣਾ ਹੈ, ਚਾਵਲ ਦਾ ਰਸਾ ਪਾਉਣਾ, ਕਣਕ ਪਾਉਣੀ, ਉਹ ਜ਼ਿਮੀਂਦਾਰ ਦੇ ਵੱਸ ਦੀ ਗੱਲ ਨਹੀਂ ਹੈ। ਉਹ ਦਵਾਈਆਂ ਦੇ ਵੱਸ ਦੀ ਗੱਲ ਨਹੀਂ ਹੈ। ਮਨੁੱਖ ਗ੍ਰਸਤ ਭੋਗਦਾ ਹੈ, ਅਤੇ ਉਹ ਜਿਹੜਾ ਜੀਵ ਪੈਦਾ ਹੁੰਦਾ ਹੈ, ਬੱਚਾ, ਉਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਕਈਆਂ ਘਰ ਹੁੰਦਾ ਵੀ ਨਹੀਂ ਹੈ। ਇਹ ਉਹਦੀ ਰਚਨਾ ਪਰਮੇਸ਼ਰ ਦੀ ਐਸੀ ਇਹੀ ਉਹ ਕੁਦਰਤ ਹੈ। ਉਹਨੂੰ ਕੁਦਰਤ ਦੇ ਰਾਹੀਂ ਵੇਖਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ, ਸੁਣਿਆ ਜਾ ਸਕਦਾ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ। ਉਂਝ ਉਹਨੂੰ ਸੂਖਮ ਤੌਰ 'ਤੇ ਦੇਖਣਾ ਤਾਂ ਬਹੁਤ ਕਠਿਨ ਹੈ ਸਾਧ ਸੰਗਤ ਜੀ। ਇਹ ਤਾਂ ਬ੍ਰਹਮ ਗਿਆਨੀਆਂ ਨੇ ਜਲ ਦੇ ਸੋਮੇ ਵਾਂਗ ਪ੍ਰਗਟ ਕੀਤਾ ਹੈ। ਅਤੇ ਜੇ ਕੋਈ ਹਾਰੀ ਸਾਰੀ ਚਾਹੇ ਵੀ ਮੈਨੂੰ ਦਿਖ ਜਾਏ ਤਾਂ ਉਹਦੀ ਭੁੱਲ ਹੈ ਬੜੀ। ਇਹ ਤਾਂ ਬਹੁਤ ਸਾਧਨਾ ਦੀ ਲੋੜ ਹੈ। ਗੁਰੂ ਮਹਾਰਾਜ ਜੀ ਨੇ ਜਿਹੜੇ ਉੱਥੋਂ ਦੇ ਲੋਕ ਭਟਕੇ ਭੁੱਲੇ ਸੀ, ਪਰਮੇਸ਼ਰ ਦੀ ਹੋਂਦ ਨੂੰ ਨਹੀਂ ਸੀ ਜਾਣਦੇ, ਅਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਜਣਾਇਆ ਕਿ ਉਹ ਵਾਹਿਗੁਰੂ ਐਸਾ ਹੈ, ਤੁਸੀਂ ਉਸ ਨੂੰ ਮੰਨੋ, ਸਭ ਤੁਹਾਡੀ ਕਾਮਨਾਵਾਂ ਇੱਛਾਵਾਂ ਪੂਰੀਆਂ ਹੋਣਗੀਆਂ। ਅਤੇ ਜਿਹੜੀ ਅੱਜ ਕੱਲ੍ਹ ਨਵੀਆਂ ਤਰਕਸ਼ੀਲ ਜਮਾਤਾਂ ਨਵੀਆਂ ਕਾਇਮ ਹੋਈਆਂ, ਉਹ ਗੁਰੂ ਦੀ ਹਜ਼ੂਰੀ ਵਿੱਚ ਬਹਿ ਬਹਿ ਕੇ ਬੜੇ ਬਕਵਾਸ ਕਰਦੇ ਹੈ। ਬੜੀਆਂ ਕਿਤਾਬਾਂ ਲਿਖੀਆਂ ਹੈ, ਨਹੀਂ ਕੋਈ ਧਰਮ ਰਾਜਾ, ਕੋਈ ਚਿੱਤਰਗੁਪਤ ਨਹੀਂ ਹੈਗਾ, ਕੋਈ ਨਰਕ ਸਵਰਗ ਨਹੀਂ ਹੈਗਾ, ਕੋਈ ਆਤਮਾ ਨਹੀਂ ਹੈਗੀ। ਆਤਮਾ ਅੰਦਰ ਹੋਵੇ। ਆ ਡਾਕਟਰ ਇੰਨਾ ਚੀਰ ਫਾੜ ਕਰਦੇ ਆ, ਅਤੇ ਉਹ ਆਤਮਾ ਅੰਦਰੋਂ ਬੋਲੇ ਨਾ, ਮੈਨੂੰ ਨਾ ਫਾੜੋ, ਨਾ ਪਾੜੋ, ਮੈਨੂੰ ਅੰਦਰ ਕੁਝ ਨਹੀਂ ਹੈਗਾ। ਉਹ ਐਵੇਂ ਦਲੀਲਾਂ ਜੀ ਦੇ ਦਿੰਦੇ ਆ, ਅਸੀਂ ਲੋਕ ਮੰਨ ਲੈਂਦੇ ਹਾਂ। ਪਰ ਜਿੱਥੇ ਆਤਮਾ ਹੈਗੀ ਆ, ਉੱਥੇ ਦੇ ਡਾਕਟਰ ਵੀ ਹੱਥ ਨਹੀਂ ਪਾਉਂਦੇ। ਆ ਸਾਹ ਰਗ ਵਿੱਚ ਹੈਗੇ ਆਤਮਾ, ਉੱਥੇ ਹੱਥ ਪਾਉਣ ਡਾਕਟਰ। ਸਿਰ ਦੀ ਪੁੜਪੁੜੀ ਵਿੱਚ ਇੱਥੇ ਕੁਝ ਮਾਰਨ ਐਸਾ ਜਿਹੜਾ ਡਾਕਟਰਾਂ ਨੂੰ ਪਤਾ ਲੱਗੇ ਵੀ ਆਤਮਾ ਹੈ ਕਿ ਨਹੀਂ ਹੈ। ਜਿੱਥੇ ਹੈਗੀ ਉੱਥੇ ਡਾਕਟਰ ਵੀ ਹੱਥ ਨਹੀਂ ਪਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇੱਥੇ ਹੱਥ ਪਾਇਆ ਅਤੇ ਇਹ ਆਤਮਾ ਨਿਕਲ ਜਾਣੀ ਹੈ, ਚੜ੍ਹਾਈ ਕਰ ਜਾਣਾ, ਅਤੇ ਨਾ ਸਾਡਾ ਲੱਗ ਜਾਣਾ ਹੈ, ਸਾਡੇ ਦੇ ਬਾਅਦ ਵਿੱਚ ਕੇਸ ਹੋ ਜਾਣਾ ਹੈ। ਆ ਜਿਵੇਂ ਪੁਲਿਸ ਵੀ ਕੁੱਟੀ ਜਾਂਦੀ ਹੈ ਹੋਰ ਸਾਰੇ ਥਾਂ ਸਰੀਰ ਨੂੰ, ਪਰ ਉਹ ਕਿਤੇ ਕਸੂਤੇ ਥਾਂ, ਉਹੋ ਜਿਹੇ ਥਾਂ ਬਿਲਕੁਲ ਨਹੀਂ ਮਾਰਦੇ। ਵੀ ਉਹਨਾਂ ਨੂੰ ਵੀ ਪਤਾ ਅੰਦਰ ਅੰਦਰ, ਕਿਉਂਕਿ ਅੰਦਰ ਤੇ ਆਤਮਾ ਉਹਨਾਂ ਦੇ ਵੀ ਅੰਦਰਲਾ ਗਿਆਨ ਸਭ ਨੂੰ ਹੀ ਹੈ ਵੀ ਜੇ ਕਦੇ ਇਹੋ ਜਿਹੀ ਥਾਂ ਮਾਰ ਦਿੱਤੀ, ਚੜ੍ਹਾਈ ਕਰ ਗਿਆ, ਅਤੇ ਸਾਡੇ 'ਤੇ ਕੇਸ ਪੈ ਜਾਣਾ, ਅਤੇ ਅਸੀਂ ਬੱਜੇ ਅਸੀਂ ਨਹੀਂ ਛੁੱਟਣਾ, ਇਹਨੂੰ ਬੰਨ੍ਹਦੇ ਬੰਨ੍ਹਦੇ ਅਸੀਂ ਬੱਝ ਜਾਣਾ ਹੈ। ਇਵੇਂ ਸਾਧ ਸੰਗਤ ਜੀ ਜਿਹੜੀ ਆਤਮਾ ਹੈ ਉਹ ਵੀ ਅੰਦਰ ਹੈ, ਪਰ ਸੂਖਮ ਇੰਨੀ ਹੈ ਜਿਹਦੇ ਕਰਕੇ ਸਾਡੇ ਦਿਸਣ ਦੇ ਵਿੱਚ ਨਹੀਂ ਆਉਂਦੀ ਹੈ। ਉਹਦੇ ਪਰਮੇਸ਼ਰ ਦੀ ਰਚਨਾ ਹੀ ਐਸੀ ਮਹਾਨ ਹੈ, ਫਿਰ ਅਸੀਂ ਉਹਨੂੰ ਕੀ ਜਾਣ ਸਕਦੇ ਹਾਂ। ਉਹਨਾਂ ਲੋਕਾਂ ਨੂੰ ਮਹਾਰਾਜ ਨੇ ਜਣਾਇਆ ਜਿਹੜੇ ਕੋਈ ਭੁੱਲੇ ਭਟਕੇ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਵਾਹਿਗੁਰੂ ਦੀ ਹੋਂਦ ਜਣਾਉਂਦੇ ਹੋਏ ਅੱਗੇ ਤੋਂ ਅੱਗੇ ਜਿਹੜਾ ਭਲਾ ਕਰਦੇ ਜਾ ਰਹੇ ਹੈ। ਅੱਗੇ ਜਿਵੇਂ ਨਵੇਂ ਪ੍ਰਸੰਗ ਅੱਜ ਸਤਿਗੁਰੂ ਜੀ ਦੇ ਆ ਰਹੇ ਹੈ, ਜਿੱਥੇ ਵੀ ਮਹਾਰਾਜ ਗਏ ਹੈ ਨਾਮ ਦੀ ਮਹਿਮਾ ਜਣਾਈ ਹੈ, ਸਿਮਰਨ ਦੀ ਮਹਿਮਾ ਜਣਾਈ ਹੈ, ਸਤ ਸੰਗਤ ਦੀ ਮਹਿਮਾ ਜਣਾਈ ਹੈ। ਇਹੋ ਦੋ ਢੰਗ ਤਰੀਕੇ ਪਰਮੇਸ਼ਰ ਦੇ ਮਾਰਗ ਦੇ ਦੱਸੇ ਹੋਏ ਹੈ। ਮਨ ਵਿੱਚ ਜਿਹੜੇ ਕੋਈ ਮੰਦੇ ਵਿਕਾਰ ਛੱਡਣ ਲਈ ਕਿਹਾ ਹੈ,
ਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਦਿੰਦੇ ਜਿਵੇਂ ਅੱਗੇ ਤੋਂ ਅੱਗੇ ਜਾ ਰਹੇ ਹੈ, ਉਹ ਪ੍ਰਸੰਗ ਨਵਾਂ ਅੱਜ ਆਰੰਭ ਹੋ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਿੰਗਲ ਪਰਬਤ ਪਰ ਚੜ੍ਹੈ। ਭਾਈ ਸੰਤੋਖ ਸਿੰਘ ਜੀ ਉਸ ਦਿਆਲੂ ਕਿਰਪਾਲੂ ਪਰਮੇਸ਼ਰ ਦੀ ਕਿਰਪਾ ਦਾ ਮੰਗਲ ਕਰ ਰਹੇ ਹਨ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਿਲਾਵਲ ਰਾਗ ਦੇ ਅੰਦਰ ਬਚਨ ਕੀਤੇ ਹੈ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬੁਕੀਤਾ, ਅੰਧਲੇ ਤਿਰਪਵਨ ਸੂਝਿਆ ਗੁਰ ਭੇਟ ਪਨੀਤਾ। ਵੀ ਪਿੰਗਲੇ ਜਿਹੜੇ ਉਹ ਪਾਰ ਪੈ ਜਾਂਦੇ, ਇਸੇ ਤਰ੍ਹਾਂ ਹੀ ਮੂਰਖ ਜਿਹੜੇ ਸਿਆਣੇ ਬਗਤੇ ਬਣ ਜਾਂਦੇ ਹੈ। ਅੰਨਿਆਂ ਨੂੰ ਤਿੰਨੇ ਲੋਕ ਦਿਖਣ ਲੱਗ ਪੈਂਦੇ ਆ ਜੇ ਗੁਰੂ ਪੂਰੇ ਪਵਿੱਤਰ ਦੀ ਭੇਟ ਹੋ ਜਾਏ। ਜਿਹੜੇ ਮਿਲੇ ਆ ਉਹ ਐਸੀ ਪ੍ਰਾਪਤੀ ਕਰ ਲੈਂਦੇ, ਇਸ ਤਰ੍ਹਾਂ ਉਹ ਨੇਤਰਾਂ ਵਾਲੇ ਹੋ ਜਾਂਦੇ ਆ। ਤੇ ਉਹ ਜਿਹੜੇ ਪਿੰਗਲੇ ਵੀ ਪਹਾੜਾਂ 'ਤੇ ਚੜ੍ਹ ਜਾਂਦੇ ਆ, ਤੇ ਮੂਰਖ ਜਿਹੜੇ ਬਗਤੇ ਬਣ ਜਾਂਦੇ ਚੰਗੇ। ਐਸੇ ਹੀ ਉਸੇ ਤਰ੍ਹਾਂ ਜਿਹੜਾ ਜੋ ਗੁਰੂ ਜੀ ਨੇ ਤੁਕਾਂ ਹੈ ਗੁਰਬਾਣੀ ਦੀਆਂ, ਉਹਦਾ ਹੀ ਮਾਨੋ ਕਵੀ ਜੀ ਨੇ ਉਲੱਥਾ ਕੀਤਾ ਹੈ ਇਹ ਦੋਹਰੇ ਵਿੱਚ, ਤੇ ਕਹਿ ਰਹੇ ਹੈ ਪਿੰਗਲ ਪਰਬਤ ਪਾਰ ਚੜ੍ਹੈ। ਜੋ ਦਿਆਲੂ ਕਿਰਪਾਲੂ ਪਰਮੇਸ਼ਰ ਹੈ, ਜੇ ਉਹ ਕਿਰਪਾ ਕਰ ਦੇਵੇ, ਜਿਹੜਾ ਪਿੰਗਲਾ ਹੈ ਜਿਹਦੇ ਹੱਥ ਪੈਰ ਨਾ ਹੋਣ ਉਹਨੂੰ ਪਿੰਗਲਾ ਕਿਹਾ ਜਾਂਦਾ ਹੈ। ਉਹ ਪਿੰਗਲਾ ਜੇ ਗੁਰੂ ਪਰਮੇਸ਼ਰ ਕਿਰਪਾ ਕਰ ਦੇਣ, ਉਹ ਪਿੰਗਲਾ ਹੱਥਾਂ ਪੈਰਾਂ ਤੋਂ ਬਿਨਾਂ ਹੀ ਪਰਬਤ ਉੱਚੇ ਉੱਚੇ ਪਹਾੜਾਂ ਉੱਪਰ ਚੜ੍ਹ ਜਾਂਦਾ ਹੈ। ਗੁੰਗ ਹੋਏ ਬਾਚਾਲ। ਫਿਰ ਜਿਹੜਾ ਗੂੰਗਾ ਹੋਵੇ, ਜਿਹੜਾ ਬੋਲ ਨਾ ਸਕੇ, ਜਿਹਦੀ ਰਸਨਾ ਕੰਮ ਨਾ ਕਰ ਸਕੇ, ਜੇ ਉਸ ਉੱਪਰ ਕਿਰਪਾ ਹੋ ਜਾਏ ਉਹ ਕਿਰਪਾਲੂ ਦਿਆਲੂ ਪਰਮੇਸ਼ਰ ਦੀ, ਉਹ ਬਾਚਾਲ ਬੇਅਟਕ ਬੋਲਣ ਵਾਲਾ ਹੋ ਜਾਂਦਾ। ਇੱਕ ਰਸ ਐ ਨਿਝੱਕ ਹੋ ਕੇ, ਨਿਸੰਗ ਹੋ ਕੇ, ਨਿਡਰ ਹੋ ਕੇ ਬੋਲਣ ਵਾਲਾ ਹੋ ਜਾਂਦਾ ਉਹ ਹੈ, ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ। ਜਿਵੇਂ ਛੱਜੂ ਝੀਵਰ ਦੇ ਉੱਪਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਰਪਾ ਰੂਪ ਛਟੀ ਰੱਖੀ ਸੀ, ਤੇ ਉਹ ਜਿਹੜਾ ਗੂੰਗਾ ਜਿਹਨੂੰ ਪੰਡਿਤ ਫੜ ਕੇ ਲਿਆਇਆ ਸੀ ਐ ਪਿੰਡ ਵਿੱਚੋਂ ਲੱਭ ਕੇ ਛੱਜੂ ਝੀਵਰ ਨੂੰ, ਵੀ ਗੂੰਗਾ ਬੋਲ ਨਹੀਂ ਸਕੇਗਾ। ਮੈਂ ਵੇਖਦਾ ਵੀ ਜਿੰਨਾ ਇੰਨਾ ਤਗੜਾ ਨਾਮ ਰਖਾਇਆ ਹਰਿਕ੍ਰਿਸ਼ਨ ਗੁਰੂ ਕਰਕੇ, ਉਹ ਕਿੰਨੇ ਕੁ ਸ਼ਕਤੀਆਂ ਵਾਲੇ ਲਿਆ ਕੇ ਆਣ ਪਾਇਆ। ਕਹਿੰਦਾ ਵੀ ਇਹਨੂੰ ਬੁਲਾ ਕੇ ਵਿਖਾਓ। ਗੁਰੂ ਸਾਹਿਬ ਜੀ ਨੇ ਕਿਰਪਾ ਦੀ ਛਟੀ ਰੱਖੀ, ਉਹ ਛਟੀ ਰੱਖਦਿਆਂ ਹੀ ਇਹ ਛੱਜੂ ਝੀਵਰ ਬੋਲ ਪਿਆ। ਜਿਹਨੇ ਕਦੀ ਅੱਜ ਆਵਾਜ਼ ਨਹੀਂ ਸੀ ਕੱਢੀ, ਅੱਜ ਉਹ ਐਸਾ ਬੋਲਿਆ, ਪੈਂਦਿਆਂ ਸੁਰਤੀ ਬੋਲੀ ਹੈ ਸ਼ਾਸਤਰਾਂ ਦੀ। ਕਹਿੰਦਾ ਹੇ ਪੰਡਿਤ ਕਸ ਮਨ ਸ਼ਾਸਤਰ ਪਰਵਿਰਤ ਤੇ। ਆ ਕਿਸ ਸ਼ਾਸਤਰ ਵਿੱਚ ਤੂੰ ਪਰਵਿਰਤ ਹੋਣਾ ਚਾਹੁੰਦਾ? ਕਿਹੜੇ ਸ਼ਾਸਤਰ ਦੀ ਮੇਰੇ ਨਾਲ ਜਿਹੜੀ ਤੂੰ ਕਥਾ ਕਰਨੀ ਚਾਹੁੰਦਾ ਹੈ, ਵਿਚਾਰ ਕਰਨੀ ਚਾਹੁੰਦਾ? ਇਹ ਸੁਣ ਕੇ ਪੰਡਿਤ ਹੈਰਾਨ ਹੋ ਗਿਆ ਵੀ ਕਮਾਲ ਹੋ ਗਈ ਆ, ਤੇ ਗੂੰਗਾ ਲੈ ਕੇ ਆਇਆ। ਤੇ ਇਹ ਗੂੰਗਾ ਨੇ ਜਿਹੜਾ ਬੋਲਣਾ ਤੇ ਦੂਰ ਦੀ ਗੱਲ ਹੈ, ਇਹ ਤੇ ਸ਼ਾਸਤਰਾਂ ਦੀ ਸੁਰਤੀਆਂ ਹੀ ਸਿੱਧੀਆਂ ਬੋਲਣ ਲੱਗ ਪਿਆ ਕਿ ਕਸਮਨ ਸ਼ਾਸਤਰ ਪਰਵਿਰਤ ਤੇ। ਪਰ ਉਹ ਗੱਲ ਕੀ ਹੈ ਵੀ ਗੁਰੂ ਦੀ ਕਿਰਪਾ ਹੋਈ ਸੀ। ਕਵੀ ਜੀ ਇੱਥੇ ਕਹਿ ਰਹੇ ਵੀ ਗੂੰਗਾ ਜਿਹੜਾ ਹੋਵੇ, ਬੋਲ ਨਾ ਸਕੇ,
ਉਹ ਗੂੰਗਾ ਵੀ ਬਾਝ ਚਾਲ ਬੇਝਿਜਕ ਨਿਸੰਗ ਹੋ ਕੇ ਬੋਲਣ ਵਾਲਾ ਹੋ ਜਾਂਦਾ ਹੈ। ਕਾਇਰ ਹੋਇ ਭਟ ਜੈ ਧਰ। ਫਿਰ ਜਿਹੜਾ ਕਾਇਰ ਡਰਪੋਕ ਹੋਵੇ ਕਿ ਜਿਹੜਾ ਸੂਰਜ ਮੈਨੂੰ ਦੇਖਦਿਆਂ ਹੀ ਦਸਤ ਜਿਹਨੂੰ ਲੱਗ ਜਾਣ, ਤੇ ਉਹ ਕਾਇਰ ਸੂਰਮਾ ਹੋ ਜਾਂਦਾ ਜੇ ਗੁਰੂ ਦੀ ਕਿਰਪਾ ਹੋ ਜਾਵੇ, ਪਰਮੇਸ਼ਰ ਦੀ ਕਿਰਪਾ ਹੋ ਜਾਏ। ਤੇ ਉਹ ਵੀ ਕਾਇਰ ਵੀ ਸੂਰਮਾ ਹੋ ਕੇ ਫਤਿਹ ਨੂੰ ਪ੍ਰਾਪਤ ਕਰ ਲੈਂਦਾ ਹੈ, ਜਿੱਤ ਪਾ ਲੈਂਦਾ ਹੈ। ਕਰ ਜੇ ਕਿਰਪਾ ਕਿਰਪਾਲ। ਪਰ ਜੇ ਕਿਰਪਾਲੂ ਦਿਆਲੂ ਸਤਿਗੁਰੂ ਪਰਮੇਸ਼ਰ ਕਿਰਪਾ ਕਰੇ ਤਾਂ ਇਹ ਕੁਝ ਹੋ ਸਕਦਾ ਹੈ ਵੀ ਪਿੰਗਲਾ ਪਹਾੜ ਦੇ ਉੱਪਰ ਚੜ੍ਹ ਸਕਦਾ ਹੈ, ਗੂੰਗਾ ਬਾਝ ਚਾਲ ਬੇਝਿਜਕ ਬੋਲ ਸਕਦਾ ਹੈ, ਜਿਹਨੇ ਕਦੀ ਗੱਲ ਨਹੀਂ ਕੀਤੀ ਉਹ ਬੋਲਣ ਵਾਲਾ ਹੋ ਜਾਂਦਾ ਹੈ। ਜਿਹੜਾ ਡਰਪੋਕ ਹੈ ਸੂਰਮਾ ਹੋ ਕੇ ਜਿੱਤ ਪ੍ਰਾਪਤ ਕਰ ਲੈਂਦਾ ਸਭ ਤੇ। ਇਹ ਸਭ ਕੁਝ ਕਿਰਪਾ ਕਰਕੇ। ਇਸੇ ਤਰ੍ਹਾਂ ਹੀ ਪਿੰਗਲ ਪਰਬਤ ਪਾਰ ਚੜ੍ਹੈ। ਜਿਹੜਾ ਕੋਈ ਪੁਰਸ਼ ਸਾਧਨਾ ਰੂਪੀ ਚਰਨਾਂ ਤੋਂ ਬਿਨਾਂ ਹੈ ਨਾ ਪਿੰਗਲਾ, ਸਾਧਨਾ ਰੂਪੀ ਜਿਹਦੇ ਚਰਨ ਨਹੀਂ ਹੈ, ਐਸਾ ਪਿੰਗਲਾ ਹੈ, ਉਹ ਅਗਿਆਨ ਦੇ ਪਹਾੜ ਉੱਪਰ ਚੜ੍ਹ ਜਾਂਦਾ ਹੈ, ਉਹਦੇ ਉੱਪਰ ਹਾਵੀ ਹੋ ਜਾਂਦਾ, ਅਗਿਆਨ ਦੇ ਪਹਾੜ ਨੂੰ ਦਬਾ ਲੈਂਦਾ ਹੈ। ਫਿਰ ਜਿਹੜਾ ਪ੍ਰੀਤੀ ਰੂਪ ਰਸਨਾ ਤੋਂ ਬਿਨਾਂ ਗੂੰਗਾ ਹੋਏ, ਸ਼ਰਧਾ ਰੂਪੀ ਰਸਨਾ ਤੋਂ ਗੂੰਗਾ ਹੋਏ, ਭਾਵ ਸ਼ਰਧਾ ਦੇ ਪ੍ਰੀਤੀ ਨਾਲ ਨਾ ਬੋਲ ਸਕਦਾ ਹੋਵੇ, ਬਾਝ ਚਾਲ ਬੇਝਿਜਕ ਹੋ ਕੇ ਪ੍ਰੀਤੀ ਦੇ ਸਹਿਤ ਬੋਲਣ ਵਾਲਾ ਹੋ ਜਾਂਦਾ ਹੈ। ਉਹ ਸ਼ਰਧਾ ਦੇ ਸਹਿਤ ਹੋ ਕੇ ਬੋਲਣ ਵਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਕਾਇਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਕਾਇਰ ਹੋਇਆ ਪਿਆ ਹੋਵੇ ਵੀ ਇਹਨਾਂ ਦੇ ਮੈਂ ਜਿੱਤ ਨਹੀਂ ਪਾ ਸਕਦਾ, ਇਹ ਬੜੇ ਬਲੀ ਹੈ, ਮੈਂ ਹਾਰ ਜਾਵਾਂਗਾ, ਉਹ ਕਾਇਰ ਹੈ ਤਕੜਾ ਹੀ ਸੂਰਮਾ ਹੋ ਕੇ ਤੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ, ਫਤਿਹ ਪ੍ਰਾਪਤ ਕਰ ਲੈਂਦਾ ਹੈ। ਜੇ ਕਰੇ ਜੇ ਕਿਰਪਾ ਕਿਰਪਾਲ, ਜੇ ਦਿਆਲੂ ਕਿਰਪਾਲੂ ਪਰਮੇਸ਼ਰ ਕਿਰਪਾ ਕਰੇ, ਜਾਂ ਗੁਰ ਭੇਟ ਪਨੀਤਾ, ਜੇ ਗੁਰੂ ਨਾਲ ਪਵਿੱਤਰ ਗੁਰੂ ਨਾਲ ਭੇਟ ਹੋ ਜਾਏਗਾ। ਦਸਮ ਪਿਤਾ ਜੀ ਵੀ ਕਹਿੰਦੇ ਆ, ਮੁਖ ਊਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਮਹਾਰਾਜ ਕਹਿੰਦੇ ਵੀ ਮੁੱਖੋਂ ਛੇ ਸ਼ਾਸਤਰ ਉਹ ਉਚਾਰਨ ਲੱਗ ਪੈਂਦਾ ਹੈ, ਫਿਰ ਪਿੰਗਲਾ ਪਹਾੜ 'ਤੇ ਚੜ੍ਹ ਜਾਂਦਾ ਹੈ, ਅੰਨਾ ਜਿਹੜਾ ਤਿਰਭਵਨ ਨੂੰ ਸੋਝੀ ਹੋ ਜਾਂਦੀ ਹੈ, ਬੋਲੇ ਨੂੰ ਸੁਣਨ ਲੱਗ ਪੈਂਦਾ ਬੋਲਾ, ਜੋ ਕਾਲ ਕਿਰਪਾ ਕਰਾਏ। ਜੇ ਪਰਮੇਸ਼ਰ ਉਹ ਕਿਰਪਾ ਕਰ ਦੇਵੇ ਤਾਂ ਇਹ ਉਹਨਾਂ ਤੁਕਾਂ ਦੇ ਕਵੀ ਜੀ ਨੇ ਇੱਥੇ ਉਲੱਥਾ ਕੀਤਾ ਹੋਇਆ ਹੈ, ਜਿਸ ਵਿੱਚ ਪਰਮੇਸ਼ਰ ਦੀ ਕਿਰਪਾਲਤਾ ਦੀ ਮਹਿਮਾ ਜਣਾਈ ਹੈ। ਸ੍ਰੀ ਬਾਲਾ ਸੰਦਰ ਵਾਚ ਚੌਪਈ, ਅਨੰਤ ਦੇਸ਼ ਸਤ ਗੁਰੂ ਸਿਧਾਰੇ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਨਾਫਕ ਦੇਸ਼ ਦੇ ਲੋਕਾਂ ਨੂੰ ਸਿੱਧੇ ਰਾਹ ਪਾ ਕੇ ਪਰਮੇਸ਼ਰ ਦੀ ਹੋਂਦ ਜਣਾ ਕੇ ਵੀ ਉਹ ਹੈਗਾ ਮਾਲਕ, ਕੁਦਰਤ ਦੁਆਰਾ ਜਾਣਿਆ ਜਾਂਦਾ, ਦੇਖਿਆ ਜਾਂਦਾ ਹੈ। ਉਸ ਮੁਨਾਫਕ ਦੇਸ਼ ਦਾ ਸਵਾਲਿਓ ਦੇਸ਼ ਨਾਮ ਰੱਖਿਆ ਵੀ ਇਹ ਸੋਹਣਾ ਦੇਸ਼, ਸਫਲਾ ਦੇਸ਼ ਹੈ। ਫਿਰ ਮਹਾਰਾਜ ਹੋਰ ਦੇਸ਼ ਨੂੰ ਚਲੇ ਗਏ। ਸੰਤ ਮੰਦ ਮਤ ਜਾਹੇ ਉਧਾਰੇ, ਜਿਨ੍ਹਾਂ ਸਤਿਗੁਰਾਂ ਨੇ ਸੰਤਾਂ ਤੇ ਭੈੜੀ ਮਤ ਅਗਲ ਵਾਲਿਆਂ ਦਾ ਉਧਾਰਿਆ ਹੈ, ਉਹਨਾਂ ਨੂੰ ਉਤਾਰਿਆ ਹੈ। ਮੈਂ ਪੁਨ ਦੁਤੀਯ ਸੰਗ ਮਰਦਾਨਾ, ਇੱਕ ਤੇ ਮੈਂ ਭਾਈ ਬਾਲਾ ਤੇ ਦੂਸਰਾ ਨਾਲ ਭਾਈ ਮਰਦਾਨਾ। ਅਨਸਾਰੀਆਂ ਕਰਹਿ ਪਿਆਨਾ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਆਗਿਆ ਹੁੰਦੀ ਸੀ, ਉਸ ਆਗਿਆ ਅਨੁਸਾਰ ਹੀ ਅਸੀਂ
ਪਿੱਛੇ ਪਿੱਛੇ ਚੱਲੇ ਜਾਂਦੇ ਸਾਂ। ਮਾਰਗ ਚੜਤ ਗ੍ਰਾਮ ਇੱਕ ਹੇਰਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਗੁਰੂ ਨਾਨਕ ਮਹਾਰਾਜ ਜੀ ਨੂੰ ਰਸਤੇ ਵਿੱਚ ਚਲਦਿਆਂ ਚਲਦਿਆਂ ਇੱਕ ਪਿੰਡ ਆ ਗਿਆ। ਉਸ ਪਿੰਡ ਨੂੰ ਤੱਕਿਆ। ਤਹ ਤਰ ਕੀਨ ਬਸੇਰਾ। ਉਸ ਪਿੰਡ ਦੇ ਬਾਰ-ਬਾਰ ਇੱਕ ਜਿੱਥੇ ਬ੍ਰਿਸ਼ ਸੀ ਸੰਘਣੀ ਛਾਂ ਵਾਲਾ, ਉਹਦੇ ਹੇਠ ਥਾਂ ਜਾ ਨਿਵਾਸ ਕੀਤਾ ਗੁਰਾਂ ਨੇ। ਸੰਤ ਜਾਨ ਤਹ ਕੇ ਨਰ ਆਏ। ਉੱਥੋਂ ਦੇ ਜਿਹੜੇ ਲੋਕ ਸਨ ਇਹ ਜਾਣ ਕੇ ਵੀ ਸਾਡੇ ਨਗਰ ਸੰਤ ਸਾਧੂ ਆਏ, ਤੇ ਜਿਸ ਕਰਕੇ ਬਹੁਤੇ ਪੁਰਸ਼ ਇਕੱਠੇ ਹੋ ਕੇ ਆ ਪਹੁੰਚੇ। ਹਿਰਦੈ ਭਾਉ ਧਰ ਸੀਸ ਝੁਕਾਏ। ਹਿਰਦੇ ਵਿੱਚ ਬਹੁਤਾ ਪ੍ਰੇਮ ਧਾਰ ਕੇ ਸਾਰਿਆਂ ਨੇ ਸੀਸ ਨਵਾਏ, ਮੱਥੇ ਟੇਕੇ ਐ। ਅੰਨ ਆਨ ਦੀਨ ਹਿਤ ਅਸਨਾ। ਤੇ ਉਹਨਾਂ ਨੇ ਭੋਜਨ ਛਕਣ ਵਾਸਤੇ ਜਿਹੜਾ ਅੰਨ ਹੈ, ਦਾਲ ਚੌਲ ਆਟਾ ਲੂਣ ਮਿਰਚ ਆਦਿਕ ਇਹ ਲਿਆ ਦਿੱਤਾ ਹੈ। ਬਿਨਾ ਯੁਗਤ ਬਾਣੀ ਭਨ ਰਸਨਾ। ਫਿਰ ਬਹੁਤ ਬੇਨਤੀਆਂ ਦੇ ਸਹਿਤ ਜਿਹੜੇ ਬਚਨ ਆਪਣੀ ਰਸਨਾ ਜੀਵ ਨਾਲ ਕਹੇ ਐ। ਤਿਨ ਕੀ ਬਿਨਾ ਸ਼ਰਾਨ ਧਰ ਪੂਰੀ। ਉਹ ਬਚਨ ਕਹੇ ਵੀ ਮਹਾਰਾਜ ਅੰਨ ਲਿਆ ਦਿੱਤਾ ਹੈ, ਆਪ ਜੀ ਬਣਾ ਕੇ ਛਕੋ ਜੀ, ਭੁੱਖੇ ਹੋ ਗਏ ਸੰਤੋ। ਉਹਨਾਂ ਦੀ ਐਵੇਂ ਸਾਰੀ ਜਿਹੜੀ ਹੈ ਬੇਨਤੀ ਸ਼ਰਧਾ ਵਾਲੀ ਗੁਰੂ ਸਾਹਿਬ ਜੀ ਨੇ ਕੰਨਾਂ ਵਿੱਚ ਧਿਆਨ ਨਾਲ ਸੁਣ ਕੇ ਨਾਨਕ ਕਰਨਾ ਜਿਨ ਪੂਰੀ। ਜਿਨ੍ਹਾਂ ਸਤਿਗੁਰਾਂ ਦੀ ਜਿਹੜੀ ਨੇਤਰਾਂ ਦੀ ਦ੍ਰਿਸ਼ਟੀ ਹੈ ਪੂਰੀ ਦੀ ਪੂਰੀ ਕਿਰਪਾ ਨਾਲ ਹੀ ਭਰੀ ਹੋਈ ਹੈ। ਦੋਹਰਾ ਕਿਤਕ ਦਿਵਸ ਕੀਨੋ ਸਿਵਰ। ਮਹਾਰਾਜ ਜੀ ਨੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਕਿੰਨੇ ਦਿਨ ਇੱਥੇ ਡੇਰਾ ਕਰੀ ਰੱਖਿਆ। ਕਰਨਾ ਨਰਨ ਕਲਿਆਣ। ਇੱਥੋਂ ਦੇ ਪੁਰਸ਼ਾਂ ਦੇ ਲੋਕਾਂ ਦਾ ਕਲਿਆਣ ਕਰਨ ਵਾਸਤੇ। ਰਾਜ ਰਿਖੀ ਸਿੱਖਿਆ ਨ ਸੁਖਦਾ। ਜੋ ਗੁਰੂ ਸਾਹਿਬ ਰਿਖੀਆਂ ਦੇ ਰਾਜੇ ਹੈ ਤੇ ਸਿੱਖਾਂ ਨੂੰ ਸੁਖ ਦੇਣ ਵਾਲੇ ਤੇ ਹੈ ਹੀ ਹਨ। ਜਿਹ ਦਰਸ਼ਨ ਅਗਹਾਨ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨ ਨਾਲ ਸਮੂਹ ਜਿਹੜੇ ਪਾਪ ਬੱਜਰ ਨਾਸ ਹੋ ਜਾਂਦੇ ਹੈ। ਗੁਰੂ ਸਾਹਿਬ ਜੀ ਨੇ ਇਹਨਾਂ ਦੇ ਭਲੇ ਵਾਸਤੇ ਕੁਝ ਦਿਨ ਇੱਥੇ ਡੇਰਾ ਕਰੀ ਰੱਖਿਆ ਰੁੱਖ ਦੇ ਹੇਠਾਂ ਹੀ। ਚੌਪਈ ਬਾਸੁਰ ਕਿਤਕ ਬਤੀਤੇ ਜਬ ਹੀ। ਜਦੋਂ ਇਹ ਉੱਥੇ ਨਗਰ ਵੇ ਦੇ ਬਾਰ-ਬਾਰ ਰਹਿੰਦਿਆਂ ਹੀ ਗੁਰੂ ਸਾਹਿਬ ਜੀ ਨੇ ਕੁਝ ਕੁ ਦਿਨ ਲੰਘਾਏ ਆ, ਬਤੀਤ ਕੀਤੇ ਐ। ਸੇਵਹਿ ਪ੍ਰੀਤ ਧਾਰ ਔਰ ਸਭ ਹੀ। ਸਾਰੇ ਹਿਰਦਿਆਂ ਵਿੱਚ ਬਹੁਤ ਹੀ ਪ੍ਰੀਤੀ ਪ੍ਰੇਮ ਧਾਰ ਕੇ ਸੇਵਾ ਕਰਦੇ ਲੱਕ ਬੰਨ ਕੇ। ਏਕ ਦਿਓਸ ਮਹਿਕੀਨ ਤਿਆਰੀ। ਇੱਕ ਦਿਨ ਦੀ ਗੱਲ ਹੈ ਕਿ ਇਹਨਾਂ ਸਾਰਿਆਂ ਨੇ ਆਪਣੇ ਨਗਰ ਵਿੱਚੋਂ ਚੱਲਣ ਦੀ ਤਿਆਰੀ ਜੀ ਕਰ ਲਈ ਹੈ। ਨਿਜ ਨਿਕੇਤ ਕੀ ਸੋਜ ਸੰਭਾਰੀ। ਆਪਣੇ ਘਰ ਦੀ ਜਿੰਨੀ ਸਮੱਗਰੀ ਹੈ ਉਹ ਵੀ ਸੰਭਾਲ ਲਈ ਹੈ, ਨਾਲ ਜੋ ਲੋੜਵੰਦ ਸਮੱਗਰੀ ਖਾਣ ਪੀਣ ਦੀ ਜੋ ਕੱਪੜਾ ਹੈ ਹੋਰ ਭਾਂਡਾ ਟੀਂਡਾ ਹੈ ਉਹ ਇਹਨਾਂ ਗੱਡਿਆਂ ਦੇ ਉੱਪਰ ਸੰਭਾਲ ਲਿਆ ਹੈ, ਲੱਦ ਲਿਆ ਹੈ। ਤਿਨ ਕੀ ਰੀਤ ਹੇਰ ਕਰ ਸਾਮੀ। ਇਹਨਾਂ ਨਗਰ ਵਾਲਿਆਂ ਦੀ ਐਸੀ ਰੀਤੀ ਜੀ ਦੇਖ ਕਰਕੇ ਗੁਰੂ ਨਾਨਕ ਸੁਆਮੀ ਜੀ ਭਾਨੇ ਬਚਨ ਸ਼ੁਭ ਅੰਤਰ ਜਾਮੀ। ਜੋ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਹੈ, ਗੁਰੂ ਸਾਹਿਬ ਜੀ ਨੇ ਬੜੇ ਚੰਗੇ ਸੋਹਣੇ ਬਚਨ ਕਹੇ। ਸਗਟਨ ਬਿਖਾ ਸੋਜ ਤਮ ਪਾਈ। ਮਹਾਰਾਜ ਕਹਿਣ ਲੱਗੇ ਵੀ ਇਹ ਨਗਰ ਦੇ ਲੋਕੋ ਆਪਣੇ ਗੱਡਿਆਂ ਉੱਪਰ ਤੁਸਾਂ ਨੇ ਆ ਜਿਹੜੀ ਲੋੜਵੰਦ ਸਮੱਗਰੀ ਖਾਣ ਪੀਣ ਦੀ ਵੀ ਕਿਉਂ ਪਾ ਲਈ ਹੈ, ਕਿਉਂ ਰੱਖ ਲਈ ਹੈ, ਲੱਦ ਲਈ ਹੈ। ਗ੍ਰਾਮ ਤਿਆਗ ਗਮਨੇ ਕਿਹ ਥਾਈ। ਕਿ ਕਿਸ ਥਾਂ ਤੁਸੀਂ ਆਪਣੇ ਪਿੰਡ ਨੂੰ ਛੱਡ ਕੇ ਚੱਲੇ ਹੋ। ਕਿਹ ਦੁਖ ਤੇ ਕਰ ਸਦਨ ਉਜਾਰਾ। ਕਿਸ ਦੁੱਖ ਦੇ ਕਰਕੇ ਤੁਸੀਂ ਆਪਣਾ ਜਿਹੜਾ ਘਰ ਨੂੰ ਉਜਾੜਨਾ ਕਰ ਰਹੇ ਹੋ। ਚੱਲੇ ਅਨੰਤ ਯੁਤ ਸਭ ਪਰਿਵਾਰਾ। ਫਿਰ ਵੀ ਤੁਸੀਂ ਜਿਹੜਾ ਇੱਕ ਜਾਣਾ ਨਹੀਂ, ਦੋ ਜਾਣਾ ਨਹੀਂ, ਸਾਰੇ ਪਰਿਵਾਰ ਦੇ ਸਹਿਤ ਹੀ ਹੋਰ ਹੀ ਜਗ੍ਹਾ ਚੱਲੇ ਹੋ। ਕਿਦੋਂ ਭਇਓ ਭੈ ਭੂਪਤ ਕਾਕੋ। ਜਾਂ ਵੀ ਤੁਹਾਨੂੰ ਕਿਸੇ
ਕਿਸੇ ਰਾਜੇ ਦਾ ਜਿਹੜਾ ਬਹੁਤ ਭੈ ਹੋ ਗਿਆ ਹੈ, ਤੁਮਹਿ ਵਿਗਨ ਕੋ ਕਹੀਏ ਤਾਕੋ। ਜਾਂ ਵੀ ਬਹੁਤ ਤਕੜਾ ਵਿਗਨ ਹੋ ਗਿਆ ਤੁਹਾਨੂੰ, ਜਿਸ ਕਰਕੇ ਤੁਸੀਂ ਰਹਿਣਾ ਨਹੀਂ ਚਾਹੁੰਦੇ। ਉਹ ਕੀ ਕਾਰਨ ਹੋ ਗਿਆ? ਮਹਾਰਾਜ ਮਹਾਰਾਜ ਕਹਿੰਦੇ ਸਾਨੂੰ ਸਾਰੀ ਗੱਲਬਾਤ ਕਹੀਏ। ਦੋਹਰਾ ਸੁਨ ਕਰ ਸ੍ਰੀ ਗੁਰ ਕੇ ਬਚਨਾ। ਸੁਣ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ। ਮਾਨਵ ਜੁਗ ਕਰ ਬੰਦ। ਜਿਹੜੇ ਇਹ ਲੋਕ ਸਨ, ਜਿਹੜੇ ਸਿਆਣੇ ਸੀ ਨਗਰ ਦੇ, ਉਹ ਦੋਵੇਂ ਹੱਥਾਂ ਨੂੰ ਜੋੜ ਜੋੜ ਕੇ ਨਿਜ ਬਿਰਥਾ ਭਾਖਤ ਪਏ। ਆਪਣੀ ਜਿਹੜੀ ਅੰਦਰ ਦੀ ਬਿਰਥਾ ਪੀੜਾ ਹੈ, ਦੁੱਖ ਹੈ, ਉਹਨੂੰ ਕਹਿਣ ਲੱਗੇ। ਅਗਰਜ ਦੁਖ ਨਿਕੰਦ। ਜੋ ਦੁੱਖਾਂ ਨੂੰ ਕੱਟਣ ਵਾਲੇ ਹੈ ਗੁਰੂ ਨਾਨਕ ਸਾਹਿਬ ਜੀ, ਐਸੇ ਸਤਿਗੁਰਾਂ ਜੀ ਦੇ ਅੱਗੇ। ਚੌਪਈ ਸੁਨਹਾ ਸੁਖਦ ਜੀ ਸ੍ਰੀ ਗੁਰੂ ਨਾਨਕ। ਕਹਿਣ ਲੱਗੇ ਵੀ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ ਸੁੱਖਾਂ ਦੇ ਦਾਤੇ, ਸਾਡਾ ਬਚਨ ਸੁਣੋ। ਲਗਹਿ ਅਗਨ ਇਸ ਗ੍ਰਾਮ ਅਚਾਨਕ। ਪਤਾ ਨਹੀਂ ਮਹਾਰਾਜ ਕੀ ਗੱਲ ਹੈ ਵੀ ਆ ਸਾਡੇ ਜਿਹੜਾ ਨਗਰ ਹੈ ਨਾ, ਪਿੰਡ ਨੂੰ ਅਚਨਚੇਤ ਹੀ ਅੱਗ ਜੀ ਲੱਗ ਜਾਂਦੀ ਹੈ। ਇਸ ਦੁੱਖ ਤੇ ਹਮ ਅਨੰਤ ਪਧਾਰੇ। ਇਸੇ ਦੁੱਖ ਕਰਕੇ ਅਸੀਂ ਸਾਰੇ ਨਗਰ ਦੇ ਲੋਕ ਇਕੱਠਿਆਂ ਹੋ ਕੇ ਅੱਗ ਲੱਗਣ ਤੋਂ ਪਹਿਲਾਂ ਹੀ ਹੋਰ ਥਾਂ ਚਲੇ ਜਾਂਦੇ ਹਾਂ। ਬਾਹਰ ਆਏ ਘਰ ਹੈ ਘਰ ਬਾਰੇ। ਫਿਰ ਜਿਹੜਾ ਕੁਝ ਦਿਨਾਂ ਬਾਅਦ ਵਾਪਸ ਆ ਕੇ ਤੇ ਨਵਾਂ ਘਰ-ਬਾਰ ਤਿਆਰ ਕਰਦੇ ਹਾਂ। ਛਠੇ ਮਾਸ ਇੱਕ ਬਾਸੁਰ ਮਾਹੀ। ਇਹ 6 ਮਹੀਨਿਆਂ ਤੋਂ ਬਾਅਦ ਇੱਕ ਦਿਨ ਦੇ ਵਿੱਚ ਅਗਨ ਸੰਗ ਜਾਵਹਿ ਕੋ ਦਾਹੀ। ਕੋਈ ਆਉਂਦਾ ਤੇ ਉਹ ਅੱਗ ਦੇ ਨਾਲ ਜਿਹੜਾ ਸਾੜ ਕੇ ਤੇ ਚਲਿਆ ਜਾਂਦਾ ਹੈ। ਕੇਤਕ ਦਿਵਸ ਸਦਨ ਇਹ ਤਜ ਕੈ। ਜਿਸ ਕਰਕੇ ਹੀ ਕੁਝ ਕੁ ਦਿਨ ਆਪਣੇ ਘਰਾਂ ਨੂੰ ਇੱਥੇ ਹੀ ਛੱਡ ਕੇ ਬਸ ਹੈ ਅਨੰਤ ਗ੍ਰਾਮ ਪੈ ਭਜ ਕੇ ਤੇ ਹੋਰ ਜਿਹੜਾ ਪਿੰਡ ਹੈ ਉੱਥੇ ਐਵੇਂ ਭੈ ਜਾ ਪ੍ਰਾਪਤ ਕਰਕੇ ਤੇ ਜਿਹੜਾ ਵਸ ਜਾਂਦੇ ਆ, ਜਾਂ ਭੱਜ ਕੇ ਪਾਠ ਕੱਸ ਕੇ ਕਰ ਲੈਣਾ ਵੀ। ਹੋਰ ਜਿਹੜਾ ਪਿੰਡ ਅਸੀਂ ਭੈ ਜਾ ਮੰਨ ਕੇ ਨੱਠ ਕੇ ਤੇ ਵਸ ਜਾਂਦੇ ਹਾਂ, ਚਲੇ ਜਾਂਦੇ ਇੱਥੋਂ। ਆਪ ਚਲੋ ਜੇ ਸੰਗ ਹਮਾਰੇ। ਸੰਤ ਜੀ ਜੇ ਤੁਸੀਂ ਹੁਣ ਸਾਡੇ ਨਾਲ ਚੱਲੋ। ਸੇਵਹਿ ਸਭ ਬਿਦ ਚਰਨ ਤੁਮਾਰੇ। ਅਸੀਂ ਸਭ ਤਰ੍ਹਾਂ ਨਾਲ ਹੀ ਤੁਹਾਡੇ ਜਿਹੜੇ ਚਰਨਾਂ ਦੀ ਸੇਵਾ ਕਰਾਂਗੇ, ਪੂਜਾਂਗੇ, ਮਨਾਵਾਂਗੇ ਜੀ। ਸੰਤ ਰੂਪ ਤੁਮ ਪਰਉਪਕਾਰੀ। ਕਿਉਂਕਿ ਤੁਸੀਂ ਸੰਤ ਰੂਪ ਹੋ, ਬਹੁਤ ਪਰਉਪਕਾਰੀ ਹੋ। ਪੁਨ ਇੱਛਾ ਜੋ ਕਰਹੁ ਤੁਮਾਰੀ। ਬਾਕੀ ਵੀ ਤੁਸੀਂ ਸੰਤ ਮਹਾਂਪੁਰਸ਼ ਹੋ, ਤੁਹਾਡੀ ਜੋ ਇੱਛਾ ਹੈ ਉਸੇ ਤਰ੍ਹਾਂ ਤੁਸੀਂ ਕਰਾ ਲਓ। ਸਾਡੀ ਤੇ ਇਹ ਇੱਛਾ ਹੈ ਵੀ ਆਪ ਜੀ ਸਾਡੇ ਨਾਲ ਚੱਲੋ, ਅਸੀਂ ਤੁਹਾਡੀ ਸੇਵਾ ਕਰਾਂਗੇ, ਜੋ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਕਰਾਂਗੇ। ਬਾਕੀ ਤੁਹਾਡੀ ਮੌਜ ਹੈ ਜੀ, ਕਿੱਥੇ ਜਾਣਾ ਹੈ, ਰਹਿਣਾ ਕਿ ਜਾਣਾ ਹੈ। ਦੋਹਰਾ ਕਰੁਣਾ ਕਰ ਬੋਲੇ ਬਚਨਾ। ਕਿਰਪਾ ਦੀ ਖਾਨ ਸਤਿਗੁਰੂ ਜੀ ਬਚਨ ਬੋਲੇ ਐ। ਸ੍ਰੀ ਬੇਦੀ ਕੁਲ ਕੇਤ। ਜੋ ਸੁਭਾਏ ਮਾਨ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਹੈ ਗੁਰੂ ਨਾਨਕ ਸਾਹਿਬ। ਧਾਰਹੁ ਸਿੱਖੀ ਗੁਰੂ ਕੀ। ਮਹਾਰਾਜ ਕਹਿਣ ਲੱਗੇ ਵੀ ਨਗਰ ਦੇ ਲੋਕੋ, ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਨਾ, ਉਹਦੀ ਜੋ ਸਿੱਖੀ ਹੈ, ਉਹਦੀ ਸਿੱਖੀ ਤੁਸੀਂ ਧਾਰ ਲਓ, ਸਿੱਖ ਬਣ ਜਾਓ। ਪੁਨ ਨਹਿ ਜਲਹਿ ਨਿਕੇਤ। ਅਸੀਂ ਬਚਨ ਕਰਦੇ ਹਾਂ ਵੀ ਫਿਰ ਜਿਹੜੇ ਤੁਹਾਡੇ ਘਰ ਕਦੀ ਨਹੀਂ ਸੜਨ ਮੱਚਣਗੇ। ਚੌਪਈ ਸਤਿਨਾਮ ਕੋ ਜਾਪ ਜਪੀਜੈ। ਫਿਰ ਜੋ ਸਤਿਨਾਮ ਵਾਹਿਗੁਰੂ ਹੈ ਉਹਦਾ ਜਾਪ ਵੀ ਜਪਿਆ ਕਰੋ। ਔਰ ਤੇ ਡਰ ਕੋ ਦੂਰ ਕਰੀਜੈ। ਇਹਦੇ ਵਿੱਚ ਜਿਹੜਾ ਡਰ ਹੈ ਨਾ ਵੀ 6 ਮਹੀਨੇ ਬਾਅਦ ਆਉਂਦਾ ਹੈ ਕੋਈ, ਤੋਂ ਸਾਡੇ ਘਰ ਸੜ ਜਾਂਦਾ, ਸਾਨੂੰ ਸੜ ਜਾਏਗਾ, ਇਹ ਦੂਰ ਜੇ ਡਰ ਹੈ ਦੂਰ ਕਰ ਦਿਓ ਬਿਲਕੁਲ। ਮਨ ਬਾਸ਼ਤ ਸੁਖ ਪਾਏ ਕਨੇਰੇ। ਜਦੋਂ ਤੁਸੀਂ ਸਤਿਨਾਮ ਵਾਹਿਗੁਰੂ ਦਾ ਜਾਪ ਜਪੋਗੇ,
ਮਨ ਭਾਉਂਦੇ ਬਹੁਤ ਸੁਖ ਪਾਓਗੇ। ਬਸਹੁ ਸਾਤ ਸੋ ਆਪਣੇ ਡੇਰੇ। ਫਿਰ ਤੁਸੀਂ ਆਪਣੇ ਜਿਹੜੇ ਡੇਰੇ ਟਿਕਾਣੇ ਭਾਵ ਇੱਥੇ ਘਰਾਂ ਵਿੱਚ ਹੀ ਸੁਖ ਸ਼ਾਂਤੀ ਨਾਲ ਵਸੋਗੇ। ਅਬ ਤੇ ਲਗਹਿ ਨਾ ਅਗਨ ਅਗਾਰੀ। ਹੁਣ ਵੀ ਹੀ ਕਹਿ ਦਿੰਦੇ ਵੀ ਅੱਜ ਤੋਂ ਜਿਹੜਾ ਤੁਹਾਡੇ ਘਰਾਂ ਨੂੰ ਅੱਗ ਨਹੀਂ ਲੱਗੇਗੀ। ਧਰਮਸਾਲ ਸੁਠ ਰਚਹੁ ਸਵਾਰੀ। ਤੁਸੀਂ ਸਾਡਾ ਬਚਨ ਮੰਨ ਕੇ ਬਣਾ ਸਵਾਰ ਕੇ ਸੋਹਣੀ ਜਿਹੜੀ ਧਰਮ ਦੀ ਜਗ੍ਹਾ ਉਹ ਕਾਇਮ ਕਰ ਲਓ, ਬਣਾ ਲਓ। ਸੰਤ ਥਿਤ ਕੀ ਕੀਜੈ ਸੇਵਾ। ਫਿਰ ਇਸ ਨਗਰ ਵਿੱਚ ਜਿਹੜਾ ਵੀ ਕੋਈ ਸੰਤ ਆਉਂਦਾ ਹੈ, ਅਥਿਤ ਲੋੜਵੰਦ ਆਉਂਦਾ, ਉਹਦੀ ਸੇਵਾ ਕਰਿਆ ਕਰੋ। ਮਹਿਮਾ ਕੀਰਤ ਕੋ ਲਖ ਭੇਵਾ। ਪਰਮੇਸ਼ਰ ਦੀ ਜਿਹੜਾ ਮਹਿਮਾ ਤੇ ਉਹਦਾ ਭੇਦ ਜਾਣ ਕੇ ਤੇ ਉਹਦੀ ਕੀਰਤੀ ਸਿਫਤ ਮਹਿਮਾ ਕਰਿਆ ਕਰੋ। ਸੁਨ ਕਰ ਔਰ ਧਰ ਹਰਖ ਵਿਸਾਲਾ। ਸੁਣ ਕਰਕੇ ਇਹ ਲੋਕ ਹਿਰਦੇ ਵਿੱਚ ਬਹੁਤ ਹੀ ਜਿਹੜੀ ਖੁਸ਼ੀ ਨੂੰ ਧਾਰ ਕੇ ਸਿੱਖੀ ਗ੍ਰਹਿਣ ਕਰੀ ਤਤਕਾਲਾ। ਉਸੇ ਵੇਲੇ ਝਟਪਟ ਗੁਰੂ ਸਾਹਿਬ ਜੀ ਤੋਂ ਚਰਨਾਂ ਦੀ ਪੌਲ ਲੈ ਕੇ ਸਿੱਖੀ ਗ੍ਰਹਿਣ ਕਰ ਲਈ ਹੈ, ਸਿੱਖ ਬਣ ਗਏ ਹੈ। ਗਮਨ ਨਾ ਕੀਨਾ ਗ੍ਰਾਮ ਜੇ ਆਨਾ। ਹੋਰ ਜਿਹੜਾ ਕੋਈ ਨਗਰ ਸੀ ਜਿੱਥੇ ਅੱਗੇ ਜਾਂਦੇ ਸੀ ਉਧਰ ਨਹੀਂ ਨਾ ਚੱਲਣਾ ਕੀਤਾ। ਮਾਨਸ ਬਚਨਾ ਵਸੇ ਨਿਜ ਥਾਨਾ। ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਆਪੋ ਆਪਣੇ ਥਾਵਾਂ ਘਰਾਂ ਵਿੱਚ ਹੀ ਵਸੇ ਰਹੇ। ਦੋਹਰਾ ਸਭ ਸੰਭਾਰ ਸੰਭਾਰ ਕਾ। ਪਰ ਜੋ ਸਾਰੀ ਸਮੱਗਰੀ ਗੱਡਿਆਂ ਉੱਪਰ ਲੱਦੀ ਹੋਈ ਸੀ ਉਹਨੂੰ ਚੰਗੀ ਤਰ੍ਹਾਂ ਸੰਭਾਲ ਕੇ ਸ੍ਰੀ ਨਾਨਕ ਢਿਗ ਆਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਲਿਆਂਦੀ ਹੈ। ਰਾਖੀ ਡਰ ਕਰ ਅਗਨ ਤੇ। ਉਹ ਅੱਗ ਕਰਕੇ ਕਿਤੇ ਸਮੱਗਰੀ ਨਾ ਸੜ ਜਾਏ, ਜਿਸ ਕਰਕੇ ਡਰਦਿਆਂ ਹੋਇਆਂ ਇਹਨਾਂ ਸਾਰੀ ਸਮੱਗਰੀ ਗੱਡਿਆਂ ਉੱਪਰ ਸੰਭਾਲ ਕੇ ਗੁਰੂ ਸਾਹਿਬ ਜੀ ਦੇ ਪਾਸ ਲਿਆ ਰੱਖੀ ਹੈ। ਔਰ ਸੰਦੇਹ ਕੋ ਮਾਨ। ਹਿਰਦੇ ਵਿੱਚ ਸੰਸ਼ੇ ਨੂੰ ਮੰਨ ਕੇ ਵੀ ਪਤਾ ਨਹੀਂ ਹਜੇ ਵੀ ਕੀ ਹੋ ਜਾਏਗਾ। ਚੌਪਈ ਸਭ ਹੈ ਨਾਰ ਨਰ ਗੁਰ ਢਿਗ ਬੈਸੇ। ਸਾਰੇ ਜਿਹੜੇ ਨਗਰ ਦੇ ਮਾਈ ਭਾਈ ਹੈ ਗੁਰੂ ਸਾਹਿਬ ਜੀ ਦੇ ਪਾਸ ਹੀ ਆਣ ਬੈਠੇ ਹੈ। ਨਾਮ ਜਪਹੁ ਐਸੇ ਉਪਦੇਸ਼। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਦੇਖ ਕੇ ਐਸਾ ਉਪਦੇਸ਼ ਕੀਤਾ ਵੀ ਸਾਰੇ ਸਤਿਨਾਮ ਵਾਹਿਗੁਰੂ ਦਾ ਨਾਮ ਜਪਣਾ ਕਰੋ। ਧਾਰ ਅਗਨ ਡਰ ਤਜ ਨਿਜ ਸਦਮਾ। ਇਹ ਆਪਣੇ ਹਿਰਦਿਆਂ ਵਿੱਚ ਅੱਗ ਦਾ ਡਰ ਜਾ ਧਾਰ ਕੇ ਤੇ ਆਪੋ ਆਪਣੇ ਘਰਾਂ ਨੂੰ ਛੱਡ ਕੇ ਹੋਏ ਨਿਕਟ ਸ੍ਰੀ ਗੁਰ ਪਦ ਪਦਮਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਕਮਲ ਹੈ ਉਹਨਾਂ ਦੇ ਪਾਸ ਹੀ ਨੇੜੇ ਜੇ ਹੋ ਕੇ ਬੈਠੇ ਐ। ਤਬ ਇੱਕ ਦਾਤ ਰੂਪ ਬਿਕਰਾਰਾ। ਉੱਥੇ ਬੈਠਿਆਂ ਬੈਠਿਆਂ ਹੋਇਆ ਹੀ ਇੱਥੋਂ ਦੇ ਜਿਹੜੇ ਲੋਕ ਨਗਰ ਦੇ ਲੋਕ ਸੀ ਉਹਨਾਂ ਤਦੋਂ ਇੱਕ ਜਿਹੜਾ ਦੈਂਤ ਸੀ ਬੜੇ ਭਿਆਨਕ ਰੂਪ ਵਾਲਾ ਡਰਾਉਣਾ। ਆਵਤ ਨਰ ਨਾਰੀਨ ਨਿਹਾਰਾ। ਉਹ ਮਾਈ ਭਾਈ ਨੇ ਇਹ ਭਿਆਨਕ ਦੈਂਤ ਨੂੰ ਆਉਂਦਿਆਂ ਹੋਇਆਂ ਦੇਖਿਆ। ਪਗ ਪਾਤਾਲ ਸੀਸ ਨਭ ਧਾਰੀ। ਜਿਸ ਦੈਂਤ ਦੇ ਜਿਹੜੇ ਪਤਾਲ ਪੈਰ ਬਣੇ ਹੋਏ ਆ, ਆਕਾਸ਼ ਸਿਰ ਜਿਹੜਾ ਬਣਿਆ ਹੋਇਆ, ਜਾਂ ਵੀ ਜਿਹੜੇ ਪੈਰ ਹੈ ਉਹ ਪਤਾਲ ਨੂੰ ਲੱਗ ਰਹੇ ਆ, ਸਿਰ ਆਕਾਸ਼ ਨੂੰ ਲੱਗ ਰਿਹਾ ਹੈ। ਲੋਹਿਤ ਸ਼ਮਸ ਭਯੰਕਰ ਭਾਰੀ। ਭੂਰਾ ਜਿਹਾ ਲਾਖਾ ਜਿਹਾ ਦਾੜਾ ਹੈ ਤੇ ਭੈ ਕਰਨ ਵਾਲਾ ਬੜਾ ਭਾਰੀ ਦੈਂਤ, ਸਭ ਨੂੰ ਡਰ ਦੇਣ ਵਾਲਾ ਹੈ। ਨਰ ਤਬ ਬੈਸੇ ਰਾਖਸ਼ ਹੇਰੇ। ਜਿਹੜੇ ਸਤਿਗੁਰੂ ਜੀ ਪਾਸ ਬੈਠੇ ਹੋਏ ਸੀ ਇਹ ਸਾਰੇ ਇਹਨਾਂ ਨੇ ਰਾਖਸ਼ ਨੂੰ ਦੇਖਿਆ। ਅਗਨ ਨੈਣ ਕੀ ਕ੍ਰੋਧ ਕਨੇਰੇ। ਇਹ ਦੈਂਤ ਨੇ ਐਵੇਂ ਅੱਗ ਵਰਗੇ ਲਾਲ ਨੇਤਰ ਕੀਤੇ, ਬਹੁਤਾ ਗੁੱਸਾ ਕੀਤਾ ਹੈ। ਡਰ ਮਮ ਤਿਆਗ ਰਹੇ ਇਹ ਥਾਈ। ਐ ਵਿਚਾਰਦਾ ਵੀ ਇਹ ਮੇਰਾ ਡਰ ਭੈ ਛੱਡ ਕੇ ਇਸੇ ਥਾਂ ਤੇ ਟਿਕ ਰਹੇ ਐ। ਤਜੋ ਨਾ ਅਬ ਇਨ ਲਿਓ ਚਬਾਈ। ਕਹਿੰਦਾ ਵੀ ਨਾ ਕਿਸੇ ਨੂੰ ਮੈਂ ਨਹੀਂ ਹੁਣ ਛੱਡਾਂਗਾ, ਇਹ ਤੇ ਇਹਨਾਂ ਨੂੰ ਮੈਂ ਚਬਾ ਜਾਵਾਂਗਾ, ਖਾ ਜਾਵਾਂਗਾ। ਦੋਹਰਾ
ਦਾਰੁਨ ਦੀਰਘ ਦਾਂਤ ਖਲ। ਇਹ ਮੂਰਖ ਦੈਂਤ ਦੇ ਜਿਹੜੇ ਦੰਦ ਬੜੇ ਲੰਬੇ ਆ ਤੇ ਭਿਆਨਕ ਹੈ, ਤਿੱਖੇ। ਔਸਟ ਚਾਟਤ ਜੀਹ। ਜ਼ੁਬਾਨ ਨਾਲ ਆਪਣੇ ਬੁੱਲ ਜੇ ਚੱਟਦਾ ਭੁੱਖਿਆਂ ਵਾਂਗ। ਹਾਥ ਵਿਖਾ ਜਵਲਤੀ ਅਗਨਾ। ਹੱਥ ਵਿੱਚ ਅੱਗ ਦੀ ਇੱਕ ਚਵਾਤੀ ਜੀ ਫੜੀ ਹੋਈ ਹੈ। ਨਰ ਦੁਖ ਦਾਨੀ ਦੀਹ। ਪੁਰਸ਼ਾਂ ਨੂੰ ਬਹੁਤ ਦੁੱਖ ਦੇਣ ਵਾਲਾ ਇਹ ਦੈਂਤ। ਜੋ ਪਈ ਡਰੇ ਲੋਕ ਜਾਨੀ ਮ੍ਰਿਤ ਆਈ। ਲੋਕ ਦੇਖ ਕੇ ਬੜਾ ਡਰੇ ਐ, ਜਾਣ ਲਿਆ ਵੀ ਸਾਡੀ ਤੇ ਹੁਣ ਮੌਤ ਨੇੜੇ ਹੀ ਆਈ ਐ। ਪੀਤ ਭਏ ਮੁਖ ਥੂਕ ਸੁਕਾਈ। ਐਵੇਂ ਰੰਗ ਪੀਲੇ ਹੋ ਗਿਆ, ਮੁਖ ਵਿੱਚ ਥੁੱਕ ਵੀ ਸੁੱਕ ਗਿਆ ਹੈ। ਸੁਖ ਚੇਤਨ ਕੰਪਤ ਬਿਨ ਚਾਨਾ। ਸਰੀਰ ਜਿਹੜਾ ਸੁੰਗੜ ਜਿਹਾ ਗਿਆ, ਐਵੇਂ ਜੜ ਜਿਹਾ ਹੋ ਗਿਆ ਹੈ, ਕੰਬ ਰਹੇ ਆ ਸਰੀਰ ਕਰਕੇ, ਬਿਨਾਂ ਚੈਨ ਤੋਂ ਹੋ ਗਏ ਸਾਰੇ। ਦੇਖ ਨਾ ਸਕਹਿ ਮੁੰਦ ਲੀਅ ਨੈਨਾ। ਐਸਾ ਭਿਆਨਕ ਰੂਪ ਦੈਂਤ ਦਾ ਦੇਖ ਨਹੀਂ ਸਕਦੇ, ਨੇਤਰ ਬੰਦ ਕਰ ਲਏ ਐ। ਕਹਿ ਪਰਸ ਪਰ ਅਬ ਭਾ ਮਰਨਾ। ਉਹ ਅੱਖਾਂ ਜੀਆਂ ਬੰਦ ਕਰਕੇ ਆਪੋ ਵਿੱਚ ਹੀ ਕਹਿੰਦੇ ਹੁਣ ਤੇ ਸਾਡਾ ਪੱਕਾ ਹੀ ਮਰਨਾ ਹੋਏਗਾ। ਜਾਵਹਿ ਕਹਿ ਚਰਨਨ ਕੀ ਸਰਨਾ। ਵੀ ਹੁਣ ਕੀ ਕਰੀਏ, ਕਿਹਦੇ ਚਰਨਾਂ ਦੀ ਸ਼ਰਨ ਵਿੱਚ ਜਾਈਏ ਬਚਣ ਵਾਸਤੇ। ਆਗੈ ਕਰ ਜਲਨੇ ਕੀ ਚਿੰਤਾ। ਵੇਖ ਲੋ, ਪਹਿਲਾਂ ਤੇ ਘਰ ਸੜਨ ਦੀ ਚਿੰਤਾ ਹੁੰਦੀ ਸੀ ਵੀ ਘਰ ਹੀ ਸੜਨਾ ਕੱਲਾ। ਅਬ ਜਾਨੀ ਭਾ ਪ੍ਰਾਨਨ ਅੰਤਾ। ਪਰ ਹੁਣ ਤੇ ਜਾਣਿਆ ਪੈ ਰਿਹਾ, ਸਮਝ ਪੈ ਰਿਹਾ ਵੀ ਪ੍ਰਾਣਾਂ ਦਾ ਅੰਤ ਹੋ ਜਾਏਗਾ, ਹੁਣ ਨਹੀਂ ਬਚ ਸਕਦੇ। ਭਾਗ ਜਾਏ ਥੇ ਹਮ ਇਹ ਗਾਲਾ। ਇਸ ਸਮੇਂ ਜਦੋਂ ਵੀ ਆਉਂਦਾ ਸੀ ਇਹ ਮਾੜਾ ਸਮਾਂ ਹੀ ਤੇ ਪਹਿਲਾਂ ਭੱਜ ਜਾਇਆ ਕਰਦੇ ਸੀ। ਕਹਿ ਰਾਖੇ ਇਹਨਾਂ ਸੰਤ ਕਿਰਪਾਲਾ। ਆ ਜਿਹੜੇ ਸੰਤ ਹੈ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ, ਇਹਨਾਂ ਨੇ ਕਹਿ ਕਰਕੇ ਸਾਨੂੰ ਰੱਖਿਆ ਹੈ। ਕੋ ਜਾਣਹਿ ਅਬ ਕੋ ਬਿਦ ਹੋਵਹਿ। ਕੌਣ ਜਾਣਦਾ ਵੀ ਹੁਣ ਕਿਸ ਤਰ੍ਹਾਂ ਦਾ ਢੰਗ ਤਰੀਕਾ ਹੋਵੇ ਵੀ ਅਸੀਂ ਜਿਹਦੇ ਕਰਕੇ ਬਚ ਜਾਈਏ। ਜੀਵਤ ਬਚਾ ਕੇ ਪ੍ਰਾਨਨ ਖੋਵਹਿ। ਵੀ ਜਿੰਦੇ ਬਚਾਂਗੇ ਕਿ ਜਾਂ ਪ੍ਰਾਣ ਨਾਸ ਕਰਵਾ ਲਵਾਂਗੇ, ਮਰ ਜਾਵਾਂਗੇ। ਦੋਹਰਾ ਨਰ ਨਾਰਨ ਕੋ ਦੇਖ ਗੁਰ। ਇੱਧਰ ਗੁਰੂ ਸਾਹਿਬ ਜੀ ਸਭ ਮਾਈ ਭਾਈ ਨੂੰ ਡਰਦਿਆਂ ਦੇਖ ਕੇ, ਜੋ ਕੰਪਤ ਭੈ ਪੀਤ। ਜੋ ਕੰਬ ਰਹੇ ਹੈ ਤੇ ਬਹੁਤ ਭੈ ਪੀਤ ਹੋਏ, ਭੈ ਨਾਲ ਡਰੇ ਹੋਏ ਐ। ਕਰੂਰ ਦ੍ਰਿਸ਼ਟ ਤਿਸ ਦੈਂਤ ਦਿਸ਼। ਉਹ ਜੋ ਦੈਂਤ ਬੜਾ ਭਿਆਨਕ ਅੱਗ ਦੀ ਜਵਾਲਾ ਜੀ ਲੈ ਕੇ ਆ ਰਿਹਾ ਸੀ, ਮਹਾਰਾਜ ਜੀ ਨੇ ਬੜੀ ਭਿਆਨਕ ਨਜ਼ਰ ਉਪੱਠੀ ਨਾਲ ਹੀ ਉਹ ਦੈਂਤ ਦੀ ਤਰਫ ਤੱਕਿਆ ਹੈ। ਕੀਨੀ ਹਰਨ ਅਨੀਤ। ਜਿਹੜੀ ਉਹਨੇ ਅਨੀਤੀ ਬੇਇਨਸਾਫੀ ਜੀ ਧਾਰਨ ਕੀਤੀ ਹੋਈ ਹੈ, ਉਹਨੂੰ ਨਾਸ ਕਰਨ ਵਾਸਤੇ ਮਹਾਰਾਜ ਜੀ ਨੇ ਨਜ਼ਰ ਉਪੱਠੀ ਕੀਤੀ ਹੈ। ਜੋ ਪਈ ਤਿਸੀ ਸਮੇਂ ਮਹਿ ਦੈਂਤ ਵਿਸਾਲਾ। ਜਦੋਂ ਹੀ ਗੁਰੂ ਸਾਹਿਬ ਜੀ ਨੇ ਤੱਕਿਆ, ਕਿਉਂਕਿ ਹਰਨ ਭਰਨ ਜਾ ਕਾ ਨੇਤਰ ਫੋਰ, ਵੀ ਮਹਾਰਾਜ ਨੇਤਰ ਦੇ ਫੁਰਨੇ ਨਾਲ ਹੀ ਝਮੱਕੇ ਮਕਤਰੀ ਆਕਾਸ਼ ਬ੍ਰਹਿਮੰਡ ਰਚ ਦਿੰਦੇ ਹੈ। ਖੋਲ ਕੇ ਨੇਤਰ ਮੂੰਦ ਕੇ ਨਾਸ ਕਰ ਦਿੰਦੇ ਹੈ। ਜਦੋਂ ਹੀ ਸਤਿਗੁਰੂ ਜੀ ਨੇ ਵੇਖਿਆ, ਕਹਿੰਦੇ ਉਸ ਸਮੇਂ ਜੇ ਬੜਾ ਤਕੜਾ ਦੈਂਤ ਸੀ। ਬਿਕਲ ਪਰਿਓ ਧਰਨੀ ਮੁਰਸ਼ਾਲਾ। ਆ ਵਿਆਕਲ ਜਾ ਹੋ ਗਿਆ, ਵਿਆਕਲ ਹੋ ਕੇ ਧਰਤੀ ਉੱਪਰ ਮੂਰਛਿਤ ਹੋ ਕੇ ਡਿੱਗ ਪਿਆ ਹੈ। ਹੋਤ ਪੁਰਾਤਨ ਤਰ ਜਿਉ ਕੋ। ਜਿਵੇਂ ਕੋਈ ਕਹਿੰਦੇ ਬੜਾ ਜਾਂ ਪੁਰਾਣਾ ਜਾਂ ਰੁੱਖ ਬ੍ਰਿਸ਼ ਹੋਵੇ, ਪਵਨ ਬੇਗ ਸੋ ਉਖਰਤ ਸੋ। ਤੇ ਤਿੱਖੀ ਹਵਾ ਦੇ ਨਾਲ ਜਿਵੇਂ ਪੁਰਾਣਾ ਜਾਂ ਰੁੱਖ ਪੁੱਟਿਆ ਜਾਂਦਾ, ਉਖੜ ਜਾਂਦਾ ਹੈ। ਤਸ ਬਿਦ ਗਿਰਿਓ ਭਿਆਨਕ ਭਾਰੀ। ਉਹ ਪੁਰਾਣੇ ਰੁੱਖ ਵਾਂਗ ਹੀ ਉਸੇ ਤਰ੍ਹਾਂ ਹੀ ਬਿਲਕੁਲ ਇਹ ਭਾਰੀ ਭਿਆਨਕ ਦੈਂਤ ਗਿਰਿਆ ਹੈ। ਜਿਹ ਤਨ ਸਰਬਸ ਚੇਸ਼ਟਾ ਹਾਰੀ। ਜਿਸ ਦੇ ਸਰੀਰ ਦੀ ਸਾਰੀ ਜਿਹੜੀ ਚੇਸ਼ਟਾ ਹਰਕਤ ਹੈ ਉਹ ਨਾਸ ਹੋ ਗਈ, ਹਿਲ ਜੁਲ ਨਹੀਂ ਰਿਹਾ ਹੁਣ। ਜਹ ਚਰਨਾਰ ਬਿੰਦ ਜਗ ਗੁਰ ਕੋ। ਜੋ ਸੰਸਾਰ ਦੇ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ, ਜਿੱਥੇ ਮਹਾਰਾਜ ਜੀ ਦੇ ਚਰਨ ਕਮਲ ਸਨ, ਗਿਰਤ ਸਮੈ ਤਿਹ ਗੇਰਿਓ ਸਿਰ ਕੋ। ਡਿੱਗਦੇ ਸਮੇਂ ਇਹਨੇ ਉੱਥੇ ਆਪਣੇ
ਆਪਣੇ ਸਿਰ ਨੂੰ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਸੁੱਟਿਆ ਹੈ। ਕਰਨਾ ਨਿਧ ਪਿਖ ਕਰਨਾ ਆਈ। ਕਿਰਪਾ ਦੇ ਜੋ ਸਮੁੰਦਰ ਹੈ ਗੁਰੂ ਨਾਨਕ ਸਾਹਿਬ ਜੀ, ਜੋ ਕਿਰਪਾ ਦੇ ਖਜ਼ਾਨੇ ਹੈ ਨਾ, ਇਹ ਦੈਂਤ ਨੂੰ ਡਿੱਗਦਿਆਂ ਵੇਖ ਕੇ ਬੜੀ ਦਇਆ ਕਿਰਪਾ ਆਈ ਹੈ। ਅੰਤ ਦੀਨਤਾ ਜਾਹੇ ਜਨਾਈ। ਜਿਸ ਦੈਂਤ ਨੇ ਆਪਣੀ ਅੰਤ ਵੇਲੇ ਬਹੁਤ ਦੀਨਤਾ ਨਿਮਰਤਾ ਜਣਾਈ ਵੀ ਮਹਾਰਾਜ ਮੈਨੂੰ ਬਖਸ਼ ਲੋ। ਸੀਸ ਸਿਹਾਇਓ ਤਿਹ ਪਦ ਪਦਮੰ। ਗੁਰੂ ਗੁਰੂ ਸਾਹਿਬ ਜੀ ਨੇ ਉਸ ਵੇਲੇ ਆਪਣੇ ਚਰਨ ਕਮਲ ਇਹਦੇ ਡਿੱਗੇ ਹੋਏ ਸੀਸ ਦੇ ਨਾਲ ਸੁਹਾਏ ਹੈ। ਜੋ ਸਭ ਸਿਖਿਆਨ ਕੋ ਸੁਖ ਸਦਮੰ। ਜੋ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਦੇ ਘਾਰੀ ਹਨ, ਸਿੱਖਾਂ ਨੂੰ ਸੁੱਖਾਂ ਦੇ ਘਾਰੀ ਹਨ। ਦੋਹਰਾ ਸ਼ਬਦ ਚਰਨ ਮੁਰਸ਼ਾ ਛੁਟੀ। ਉਸ ਵੇਲੇ ਗੁਰੂ ਸਾਹਿਬ ਜੀ ਦਾ ਚਰਨ ਛੂੰਹਦਿਆਂ ਹੀ ਇਹਦੇ ਸੀਸ ਨੂੰ ਇਹਦੀ ਮੂਰਛਤਾ ਛੁੱਟੀ, ਬੇਹੋਸ਼ੀ ਛੁੱਟੀ ਹੈ। ਪਾਇਓ ਸਰੀਰ ਸੁਚੇਤ। ਸਰੀਰ ਜਿਹੜਾ ਸੁਚੇਤ ਹੋ ਗਿਆ ਹੈ, ਸਾਵਧਾਨ ਹੋ ਗਿਆ, ਸਤਰਕ ਹੋ ਗਿਆ ਦੈਂਤ। ਸ਼ਸਤਰ ਹਨੇ ਸੰਜੀਵਨੀ। ਜਿਵੇਂ ਸ਼ਸਤਰ ਵੱਜੇ ਹੋਣ ਤੇ ਬੜਾ ਜ਼ਖਮੀ ਕੋਈ ਹੋਇਆ ਹੋਵੇ ਤੇ ਸੰਜੀਵਨੀ ਬੂਟੀ ਨਾਲ, ਜਿਉ ਲਗਾਏ ਤਿਹ ਦੇਤ। ਜਿਵੇਂ ਉਹ ਸ਼ਸਤਰ ਲੱਗੇ ਹੋਏ ਨੂੰ ਬਹੁਤ ਉਹ ਜ਼ਖਮੀ ਹੋਇਆ ਹੋਵੇ ਤੇ ਸੰਜੀਵਨੀ ਬੂਟੀ ਉਹਨੂੰ ਲਾ ਦਿੱਤੀ ਜਾਵੇ ਤੇ ਉਹ ਉਸੇ ਵੇਲੇ ਜਿਹੜਾ ਉਹਦਾ ਜ਼ਖਮ ਠੀਕ ਹੋ ਜਾਂਦਾ, ਖਤਮ ਹੋ ਜਾਂਦਾ ਹੈ ਤੇ ਮੂਰਛਤਾ ਛੁੱਟ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਸੰਜੀਵਨੀ ਬੂਟੀ ਵਾਂਗ ਇਹ ਦੈਂਤ ਦੇ ਸੀਸ ਨੂੰ ਛੋਏ, ਉਸੇ ਵੇਲੇ ਦੀ ਮੂਰਛਤਾ ਛੁੱਟ ਗਈ, ਬੇਹੋਸ਼ੀ ਛੁੱਟ ਗਈ ਹੈ। ਚੌਪਈ ਤੇਜ ਪ੍ਰਭਾਵ ਹੇਰ ਗੁਰ ਕੇਰੋ। ਇਹ ਦੈਂਤ ਸਤਿਗੁਰੂ ਜੀ ਦਾ ਤੇਜ ਪ੍ਰਭਾਵ ਦੇਖ ਕੇ ਨਿਮਰ ਭਇਓ ਮਨ ਦੀਨ ਕਨੇਰੋ। ਮਨ ਵਿੱਚ ਹੀ ਬੜਾ ਦੀਨ ਮਾਣਾ ਹੋਇਆ ਤੇ ਨਿਮਰਤਾ ਵਿੱਚ ਹੋ ਆਇਆ ਹੈ। ਬੋਲਿਓ ਬਚਨ ਸਿਮਹਾ ਅਪਰਾਧੋ। ਫਿਰ ਇਹ ਬਚਨ ਬੋਲਿਆ ਵੀ ਮਹਾਰਾਜ ਮੇਰਾ ਜਿਹੜਾ ਅਪਰਾਧ ਗੁਨਾਹ ਉਹਨੂੰ क्षमा ਕਰੋ, ਮਾਫ ਕਰੋ ਜੀ। ਪਰਮੇਸ਼ਰ ਤਮ ਵੇਖ ਸੋ ਸਾਧੂ। ਤੁਸੀਂ ਤੇ ਪਰਮੇਸ਼ਰ ਹੋ ਜੀ, ਸਾਧੂਆਂ ਵਾਲਾ ਭੇਖ ਧਾਰਿਆ ਹੋਇਆ ਹੁਣ। ਹਾਂ ਅਨਜਾਨ ਨਾ ਮਹਿਮਾ ਜਾਨੀ। ਮੈਂ ਦੈਂਤ ਅਣਜਾਣ ਬੇਸਮਝ ਸਾਂ, ਜਿਸ ਕਰਕੇ ਆਪ ਜੀ ਦੀ ਮਹਿਮਾ ਨਹੀਂ ਜਾਣੀ ਹੈ। ਤੁਮ ਹੋ ਮਹਾਪੁਰਖ ਗੁਣ ਖਾਨੀ। ਤੁਸੀਂ ਤੇ ਗੁਣਾ ਦੀ ਖਾਨ ਤੇ ਮਹਾਪੁਰਖ ਅਕਾਲ ਪੁਰਖ ਹੋ। ਇਨ ਲੋਕਨ ਤੇ ਆਨ ਮਨਾਉ। ਇਹਨਾਂ ਲੋਕਾਂ ਤੋਂ ਮਹਾਰਾਜ ਮੈਂ ਆਪਣੀ ਈਣ ਮਨਾਉਂਦਾ ਸੀ। ਜਾਂ ਤੇ ਇਨਕੇ ਧਾਮ ਜਲਾਉ। ਇਸੇ ਕਰਕੇ ਇਹਨਾਂ ਲੋਕਾਂ ਨੇ ਮੈਂ 6 ਮਹੀਨੇ ਬਾਅਦ ਆ ਕੇ ਘਰ ਸਾੜ ਦਿੰਦਾ ਸੀ। ਅਬ ਤੁਮਰੇ ਪਦ ਪਦਮ ਸਹਾਏ। ਹੁਣ ਇੱਥੇ ਨਗਰ ਵਿੱਚ ਤੁਹਾਡੇ ਜਿਹੜੇ ਚਰਨ ਕਮਲ ਉਹ ਸੋਭਨੀਕ ਹੋਏ ਪਏ ਐ। ਇਨਕੇ ਭਾਗ ਜਗੇ ਜਬ ਜਾ। ਇਨਕੇ ਭਾਗ ਜਗੇ ਜਬ ਆਏ। ਇਹਨਾਂ ਦੇ ਮਹਾਰਾਜ ਭਾਗ ਜਾਗੇ ਜਦੋਂ ਦੇ ਤੁਸੀਂ ਆਏ ਹੋ। ਕਰਹੁ ਸਬਨ ਕੋ ਅਬ ਕਲਿਆਣਾ। ਹੁਣ ਕਿਰਪਾ ਕਰਕੇ ਮੇਰੇ ਸਮੇਤ ਸਾਰੇ ਲੋਕਾਂ ਦੀ ਮਾਰੇ ਕਲਿਆਣ ਕਰੋ, ਮੁਕਤੀ ਕਰੋ। ਉਪਕਾਰੀ ਤੁਮ ਕਿਰਪਾ ਨਿਧਾਨਾ। ਕਿਉਂਕਿ ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਪਰ ਉਪਕਾਰੀ ਹੋ ਜੀ। ਦੋਹਰਾ ਮੈਂ ਤੁਮ ਦਾਸਨ ਦਾਸ ਹਾਂ। ਮੈਂ ਮਹਾਰਾਜ ਤੁਹਾਡੇ ਦਾਸਾਂ ਦਾ ਦਾਸ ਹਾਂ। ਭਾਵ ਜਿਹੜੇ ਤੁਹਾਡੇ ਸੇਵਕ ਨਾ ਭਾਈ ਮਰਦਾਨਾ ਹੋਣੀ, ਮੈਂ ਤੇ ਮਹਾਰਾਜ ਉਹਨਾਂ ਦਾ ਵੀ ਦਾਸ ਹਾਂ। ਜਿਹ ਬਿਦ ਦੇਹੋ ਰਜਾਏ। ਜਿਸ ਤਰ੍ਹਾਂ ਵੀ ਤੁਸੀਂ ਮੈਨੂੰ ਆਗਿਆ ਦਿਓਗੇ, ਹੁਕਮ ਕਰੋਗੇ, ਸੋ ਕਰਹਾ ਨਿਸ਼ਚੈ ਸਦਾ। ਮੈਂ ਹਮੇਸ਼ਾ ਹੀ ਭਰੋਸਾ ਕਰਕੇ ਉਸੇ ਤਰ੍ਹਾਂ ਹੀ ਬਿਲਕੁਲ ਕਰਿਆ ਕਰਾਂਗਾ। ਜਾਤੇ ਕਸ਼ਟ ਮਿਟਾਏ। ਜਿਸ ਕਰਕੇ ਮੇਰਾ ਵੀ ਕਸ਼ਟ ਦੁੱਖ ਮਿਟ ਜਾਏਗਾ। ਚੌਪਈ
ਸ੍ਰੀ ਨਾਨਕ ਜੀ ਸੁਨ ਅਸਬਾਨੀ। ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਦੈਂਤ ਦੀ ਬਾਣੀ ਸੁਣ ਕੇ ਸਰਦਾ ਬਹੁਤ ਪ੍ਰੀਤ ਮੈਂ ਸਾਨੀ। ਜੋ ਬਹੁਤ ਪ੍ਰੀਤੀ ਵਿੱਚ ਮਿਲੀ ਹੋਈ ਹੈ ਤੇ ਬਹੁਤੀ ਸ਼ਰਧਾ ਵਾਲੀ ਬਾਣੀ ਹੈ। ਬੋਲੇ ਬਚਨ ਦੀਨ ਕੇ ਦਿਆਲਾ। ਗਰੀਬਾਂ ਦੇ ਦਿਆਲਤਾ ਕਰਨ ਵਾਲੇ ਗੁਰੂ ਸਾਹਿਬ ਜੀ ਬਚਨ ਬੋਲੇ। ਗ੍ਰਾਮ ਵਿਖਾ ਰਚੀਏ ਧਰਮਸ਼ਾਲਾ। ਮਹਾਰਾਜ ਕਹਿਣ ਲੱਗੇ ਵੀ ਆ ਤੂੰ ਹੁਣ ਦੈਂਤ ਜਿਹੜਾ ਤੇਰਾ ਨਾ ਇਹ ਤੂੰ ਹੁਣ ਤੂੰ ਇਦਾਂ ਕਰ ਵੀ ਆਪਣਾ ਇਹ ਸੁਭਾਅ ਛੱਡ ਕੇ ਤੇ ਨਗਰ ਦੇ ਲੋਕਾਂ ਵਿੱਚ ਹੀ ਇੱਥੇ ਮਿਲ ਜੁਲ ਕੇ ਧਰਮ ਦੀ ਜਗ੍ਹਾ ਬਣਾਉਣੀ ਕਰੀਏ। ਕਰੋ ਕੀਰਤਨ ਮਿਲ ਤਿਹ ਮਾਹੀ। ਤੂੰ ਇਹਨਾਂ ਵਿੱਚ ਹੀ ਮਿਲ ਜੁਲ ਕੇ ਵਾਹਿਗੁਰੂ ਦੀ ਜਿਹੜੀ ਕੀਰਤਨ ਭਗਤੀ ਉਹ ਕਰਿਆ ਕਰ। ਸਤਨਾਮ ਉਚਰਹੁ ਆਗ ਜਾਹੀ। ਸਤਨਾਮ ਵਾਹਿਗੁਰੂ ਨੂੰ ਮੁਖੋਂ ਉਚਾਰਿਆ ਕਰ, ਜਿਸ ਕਰਕੇ ਸਾਰੇ ਪਾਪ ਤੇਰੇ ਚਲੇ ਜਾਣਗੇ। ਪਰ ਜਲ ਆਨਹੁ ਤਹ ਨਿਜ ਸੀਸਾ। ਤੇ ਉੱਥੇ ਤੂੰ ਇੰਜ ਕਰਿਆ ਕਰ ਵੀ ਉੱਥੇ ਆਪਣੇ ਸਿਰ ਦੇ ਉੱਪਰ ਜਲ ਜਾ ਭਰ ਕੇ ਲਿਆਇਆ ਕਰ। ਭਗਤ ਕਰਹਿ ਜਹ ਨਰ ਜਗਦੀਸ਼ਾ। ਜਿੱਥੇ ਆ ਜਿਹੜੇ ਲੋਕ ਹੈ ਸੰਗਤ ਰੂਪ ਵਿੱਚ ਹੋ ਕੇ ਧਰਮਸ਼ਾਲਾ ਵਿੱਚ ਬੈਠ ਕੇ ਜਗਤ ਦੇ ਮਾਲਕ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਹੈ, ਉੱਥੇ ਤੂੰ ਜਲ ਆਪਣੇ ਸਿਰ ਤੇ ਚੁੱਕ ਕੇ ਲਿਆ ਕੇ ਰੱਖਿਆ ਕਰ, ਛਕਾਇਆ ਕਰ ਸਭ ਨੂੰ। ਸੇਵਾ ਕਰਤ ਬਿਮਲ ਮਨ ਹੋਵਹਿ। ਜਦੋਂ ਸੇਵਾ ਕਰਦਿਆਂ ਤੇਰਾ ਮਨ ਮੈਲ ਤੋਂ ਰਹਿਤ ਉਜਲ ਹੋ ਜਾਏਗਾ। ਜਨਮ ਜਨਮ ਕੇ ਕਿਲ ਬਿਖ ਖੋਵਹਿ। ਜੋ ਤੂੰ ਪਿਛਲੇ ਜਨਮਾਂ ਵਿੱਚ ਪਾਪ ਕੀਤੇ ਉਹ ਜਨਮਾਂ ਜਨਮਾਂ ਦੇ ਬੱਜਰ ਪਾਪ ਹੀ ਨਾਸ ਕਰ ਲਵੇਂਗਾ, ਗਵਾ ਲਏਗਾ। ਸਤਨਾਮ ਜਪ ਹੋਏ ਅਧਿਕਾਰੀ। ਜਦੋਂ ਵੀ ਤੂੰ ਅਧਿਕਾਰੀ ਹੋ ਜਾਏਗਾ ਵਾਹਿਗੁਰੂ ਨਾਮ ਜਪਣ ਦਾ, ਅੰਤ ਸਮੇਂ ਗਤ ਪਾਏ ਸੁਖਾਰੀ। ਫਿਰ ਅੰਤ ਸਮੇਂ ਤੂੰ ਜਿਹੜੀ ਮੁਕਤੀ ਹੈ ਬੜੀ ਸੌਖੀ ਪਾ ਲਏਗਾ। ਦੋਹਰਾ ਸੁਨ ਕਰ ਜਗ ਗੁਰ ਕੋ ਬਚਨਾ। ਸੁਣ ਕਰਕੇ ਜੋ ਜਗਤ ਦੇ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਐਸੇ ਇਹਨਾਂ ਮਹਾਰਾਜ ਜੀ ਦੇ ਬਚਨ ਮਾਨ ਸੀਸ ਪੈਲੀਨਾ। ਇਸ ਦੈਂਤ ਨੇ ਆਪਣੇ ਸੀਸ ਦੇ ਉੱਪਰ ਮੰਨ ਲਏ ਹੈ, ਪਾਉ ਖਿੜੇ ਮੱਥੇ ਮੰਨ ਲਏ ਹੈ। ਰਚੀ ਧਰਮਸ਼ਾਲਾ ਰੁਚਿਰ। ਉਸੇ ਵੇਲੇ ਬੜੀ ਸੋਹਣੀ ਜਿਹੜੀ ਧਰਮ ਦੀ ਜਗ੍ਹਾ ਉਹ ਬਣਾ ਲਈ ਹੈ ਮਿਲ ਜੁਲ ਕੇ। ਪੁਨ ਸੇਵਹਿ ਮਨ ਦੀਨਾ। ਫਿਰ ਮਨ ਵਿੱਚ ਬੜਾ ਦੀਨ ਮਾਣਾ ਹੋ ਕੇ ਸੇਵਾ ਕਰਦਾ ਜਾਂ ਅਧੀਨ ਹੋ ਕੇ ਸੇਵਾ ਕਰਦਾ ਸਭ ਦੀ। ਚੌਪਈ ਸ੍ਰੀ ਗੁਰ ਧਰਮਸਾਲ ਮਹਿ ਬੈਸੇ। ਇੱਧਰ ਜਦੋਂ ਧਰਮਸ਼ਾਲਾ ਤਿਆਰ ਹੋ ਗਈ ਹੈ, ਗੁਰੂ ਸਾਹਿਬ ਜੀ ਜਿੱਥੇ ਰੁੱਖ ਦੇ ਹੇਠਾਂ ਕਿੰਨੇ ਦਿਨ ਬੈਠੇ ਰਹੇ ਹੈ, ਉੱਥੋਂ ਉੱਠ ਕਰਕੇ ਧਰਮ ਦੀ ਜਗ੍ਹਾ ਜੋ ਕਾਇਮ ਕੀਤੀ ਉਹਦੇ ਵਿੱਚ ਆ ਬੈਠੇ। ਨਾਮ ਜਪਹ ਮਨ ਜਨ ਉਪਦੇਸੇ। ਤੇ ਉੱਥੇ ਬੈਠ ਕਰਕੇ ਸਾਰੇ ਮਾਈ ਭਾਈ ਨੂੰ ਉਪਦੇਸ਼ ਕੀਤਾ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਕਰਨ ਕੀਰਤਨ ਲੱਗੇ ਵਿਸਾਲਾ। ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਸਾਰੇ ਜਾਣੇ ਜਿਹੜੀ ਹੈ ਵਾਹਿਗੁਰੂ ਦੀ ਕੀਰਤਨ ਭਗਤੀ ਆ ਸਿਫਤ ਸਲਾਹ ਕਰਨ ਲੱਗੇ ਐ। ਭਗਤ ਰੀਤ ਸਿਖਾਈ ਸੁਖ ਆਲਾ। ਸਿਖਾਈ ਸੁੱਖਾਂ ਦੇ ਜੋ ਘਰ ਹੈ ਗੁਰੂ ਨਾਨਕ ਸਾਹਿਬ ਜੀ, ਤੇ ਜੋ ਸੁੱਖਾਂ ਦਾ ਘਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ ਉਹਦੀ ਰੀਤੀ ਸਿਖਾਈ ਹੈ ਸਤਿਗੁਰਾਂ ਨੇ। ਗ੍ਰਾਮ ਨਿਕਟ ਸੁਨ ਕਰ ਅਸਰੀਤੀ। ਨੇੜੇ ਨੇੜੇ ਦੇ ਜਿਹੜੇ ਨਗਰ ਪਿੰਡ ਸਨ ਸੁਣ ਕਰਕੇ ਐਸੀ ਰੀਤੀ। ਅਵਹਿ ਦਰਸ਼ਨ ਕੀ ਕਰ ਪ੍ਰੀਤੀ। ਆਮਹਿ ਉਹ ਵੀ ਬੜੀ ਪ੍ਰੀਤੀ ਪ੍ਰੇਮ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਇਕੱਠਿਆਂ ਹੋ ਕੇ ਆਉਂਦੇ ਹੈ। ਹੇਰ ਹੇਰ ਹਰਖਾ ਕਰ ਬੰਦਨਾ। ਗੁਰੂ ਸਾਹਿਬ ਜੀ ਨੂੰ ਦੇਖ ਦੇਖ ਕੇ ਬਹੁਤ ਖੁਸ਼ ਹੁੰਦੇ ਤੇ ਮੱਥਾ ਟੇਕਣਾ ਕਰਦੇ ਐ। ਭਗਤ ਸਿੱਖਾਂ ਕਰ ਕੁਮਾਤ। ਭਗਤ ਸਿੱਖਾਂ ਕਰ। ਭਗਤ ਸਿੱਖਾਂ ਕਰ ਕੁਮਾਤ ਨਿਕੰਦਨ। ਲੰਬਾ ਕਰਕੇ ਪੜਨਾ। ਭਗਤ ਸਿੱਖਿਆ ਕਰ ਕੁਮਾਤ ਨਿਕੰਦਨ। ਐਵੇਂ ਭਗਤੀ ਨੂੰ ਸਿੱਖਣਾ ਕਰਦੇ ਤੇ ਖੋਟੀ ਮਤ ਨੂੰ ਕੱਟਣਾ ਕਰਦੇ, ਨਾਸ ਕਰਦੇ, ਜਾਂ ਖੋਟੀ ਮਤ ਨੂੰ ਕੱਟਣ ਵਾਲੇ ਸਤਿਗੁਰ ਜੀ ਐਵੇਂ ਭਗਤੀ ਦੀ ਸਿੱਖਿਆ ਦੇਣਾ ਕਰਦੇ ਹੈ।
ਭਗਤੀ ਨੂੰ ਸਿਖਾਉਣਾ ਕਰਦੇ ਐ। ਸਿੱਖੀ ਰੀਤ ਬਿਦਤ ਪੀਦੇਸਾ। ਸਿੱਖੀ ਦੀ ਜਿਹੜੀ ਰੀਤ ਹੈ ਉਸ ਦੇਸ਼ ਵਿੱਚ ਐ ਪ੍ਰਗਟ ਹੋ ਗਈ ਹਰ ਪਾਸੇ। ਜਿਸ ਤੇ ਛੂਟ ਹੈ ਜਗਤ ਕਲੇਸ਼ਾ। ਜਿਸ ਸਿੱਖੀ ਦੇ ਕਰਕੇ ਜਗਤ ਦੇ ਕਲੇਸ਼ ਦੁੱਖਾਂ ਤੋਂ ਸਾਰੇ ਛੁੱਟ ਰਹੇ ਧਾਰਨ ਕਰਕੇ। ਕਹਿ ਪਰਸ ਪਰ ਮਿਲ ਨਰ ਨਾਰੀ। ਇੱਥੋਂ ਦੇ ਜਿਹੜੇ ਮਾਏ ਭਾਈ ਆਪੋ ਵਿੱਚ ਮਿਲ ਕਰਕੇ ਐਵੇਂ ਕਹਿੰਦੇ ਐ ਪਰਮੇਸ਼ਰ ਤਨ ਇਹ ਉਪਕਾਰੀ। ਕਹਿੰਦੇ ਪਏ ਤੇ ਪਰਮੇਸ਼ਰ ਹੀ ਜੋ ਵਾਹਿਗੁਰੂ ਹੈ ਉਹੀ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਧਾਰ ਕੇ ਉਪਕਾਰੀ ਹੋ ਰਿਹਾ। ਉਹ ਤਨ ਇਹ ਉਪਕਾਰੀ ਉਪਕਾਰ ਵਾਲਾ ਸਰੀਰ ਧਾਰ ਕੇ ਪਰਮੇਸ਼ਰ ਹੀ ਵਿਚਰ ਰਿਹਾ ਸਾਡੇ ਵਿੱਚ। ਦੋਹਰਾ ਚਿਰਿਆਨ ਸੇਵ ਸਚਾਨ ਤੇ। ਚਿੜੀਆਨ ਕਹਿੰਦੇ ਵੀ ਇਹ ਤੇ ਉਹ ਗੱਲ ਹੋ ਗਈ ਹੈ ਜਿਵੇਂ ਵੀ ਚਿੜੀਆਂ ਪਾਸੋਂ ਜਿਹੜੀ ਚਿੜੀਆਂ ਹੈ ਉਹਨਾਂ ਦੀ ਸੇਵਾ ਬਾਜਾਂ ਕੋਲੋਂ ਕਰਵਾਈ ਕਰ ਦੀਨਾ। ਬੜਾ ਜਿਹੜਾ ਦੀਨ ਕਰਵਾ ਕੇ ਕਰਵਾ ਦਿੱਤੀ ਹੈ ਕਰਵਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ। ਕਿ ਕਿੱਥੇ ਅਸੀਂ ਚਿੜੀਆਂ ਵਰਗੇ ਸਾਂ, ਇਹ ਦੈਂਤ ਬਾਜਾਂ ਵਰਗਾ ਸੀ। ਇਹ ਜਿਹੜਾ ਵੀ ਜਿਹਦੇ ਅਸੀਂ ਦੀਨ ਹੋਏ ਹਾਂ ਅਧੀਨ ਹੋਏ ਸਾਂ ਬੜੇ ਨਿਮਾਣੇ ਰਹਿੰਦੇ ਸਾਂ ਗੁਰੂ ਮਹਾਰਾਜ ਨੇ ਉਹਨੂੰ ਦੀਨ ਕਰਕੇ ਤੇ ਉਹਦੇ ਪਾਸੋਂ ਸਾਡੀ ਸੇਵਾ ਕਰਵਾਈ ਹੈ ਕਰਵਾ ਦਿੱਤੀ ਹੈ। ਅਜਨ ਚਰਨ ਪਰ ਕਹਿਰੀ। ਫਿਰ ਜਿਵੇਂ ਵੀ ਉਹ ਤੇ ਉਹ ਗੱਲ ਹੋ ਗਈ ਹੈ ਜਿਵੇਂ ਬੱਕਰੀਆਂ ਦੇ ਪੈਰਾਂ ਉੱਪਰ ਕਿਹਰੀ ਜਿਹੜਾ ਸ਼ੇਰ ਹੈ ਪਾਏ ਸਵਾਰ ਨਕੀਨਾ। ਬਣਾ ਸਵਾਰ ਕੇ ਉਹਨੂੰ ਕਿਹਰੀ ਸ਼ੇਰ ਨੂੰ ਚਰਨਾਂ ਉੱਪਰ ਪਾ ਦਿੱਤਾ ਹੋਵੇ ਵੀ ਅਸੀਂ ਬੱਕਰੀਆਂ ਵਾਂਗ। ਇਹ ਜਿਹੜਾ ਕਿਹਰੀ ਸ਼ੇਰ ਵਰਗਾ ਦੈਂਤ ਸੀ ਤੇ ਇਹਨੂੰ ਮਹਾਰਾਜ ਜੀ ਨੇ ਸਾਡੇ ਚਰਨਾਂ ਉੱਪਰ ਪਾ ਦਿੱਤਾ, ਸੇਵਾ ਵਿੱਚ ਲਾ ਦਿੱਤਾ ਤੇ ਇਹਨੂੰ ਸਵਾਰਨਾ ਕੀਤਾ, ਸੁਧਾਰ ਦਿੱਤਾ ਹੈ। ਕਿੱਥੇ ਅੱਗ ਲਾਉਂਦਾ ਸੀ, ਕਿੱਥੇ ਹੁਣ ਇਹਨੂੰ ਸੇਵਾ ਦੇ ਦਿੱਤੀ ਹੈ ਵੀ ਤੂੰ ਜਿਹੜਾ ਹੈ ਇਹਨੂੰ ਪਾਣੀ ਢੋਇਆ ਕਰ। ਤੇ ਉਹ ਹੁਣ ਪਾਣੀ ਲਿਆ ਤੇ ਸੰਗਤ ਵਿੱਚ ਦਿੰਦਾ ਅਸੀਂ ਛਕਦੇ ਹਾਂ ਤੇ ਨਿਮਾਣਾ ਹੋ ਕੇ ਦੀਨ ਨਿਮਾਣਾ ਹੋ ਕੇ ਸੇਵਾ ਕਰ ਰਿਹਾ ਹੈ। ਇਹ ਤੇ ਉਹੀਓ ਕਲਾ ਵਰਤ ਗਈ ਵੀ ਜਿਵੇਂ ਬਾਜਾਂ ਕੋਲੋਂ ਚਿੜੀਆਂ ਦੀ ਸੇਵਾ ਕਰਵਾ ਦਿੱਤੀ ਹੈ ਤੇ ਬੱਕਰੀਆਂ ਦੇ ਚਰਨਾਂ ਉੱਪਰ ਕਿਹੜੀ ਸ਼ੇਰ ਨੂੰ ਵੀ ਪਾ ਦਿੱਤਾ ਬਣਾ ਸਵਾਰ ਕੇ। ਚੌਪਈ ਕੇਤਕ ਦਿਵਸ ਬਸੇ ਤਿਹ ਥਾਨਾ। ਕੁਝ ਦਿਨ ਸਤਿਗੁਰ ਜੀ ਉਸੇ ਥਾਂ ਤੇ ਵਸੇ ਆ ਧਰਮਸ਼ਾਲਾ ਵਿੱਚ। ਸਿੱਖੀ ਮਾਰਗ ਕੋ ਪ੍ਰਗਟਾਨਾ। ਜੋ ਸਿੱਖੀ ਦਾ ਰਸਤਾ ਹੈ ਭਾਵ ਭਗਤੀ ਦਾ ਰਸਤਾ ਉਹ ਪ੍ਰਗਟ ਕੀਤਾ ਹੈ। ਸਤਿਨਾਮ ਕੋ ਜਾਪ ਜਪਾਇਓ। ਸਤਿਨਾਮ ਵਾਹਿਗੁਰੂ ਦਾ ਜਾਪ ਜਪਾਇਆ ਸਭ ਨੂੰ। ਦੇਸ਼ ਕੁਮਗ ਤੇ ਸਮਗ ਹੈ ਪਾਇਓ। ਜਿਹੜਾ ਇਹ ਦੇਸ਼ ਖੋਟੇ ਰਸਤੇ ਤੇ ਪਿਆ ਹੋਇਆ ਸੀ ਸਭ ਨੂੰ ਸ੍ਰੇਸ਼ਟ ਮਾਰਗ ਸਿੱਖੀ ਦੇ ਭਾਵ ਭਗਤੀ ਦੇ ਰਸਤੇ ਤੇ ਪਾ ਦਿੱਤਾ ਹੈ। ਅਨੰਤ ਚਲਨ ਕੀ ਮਨਸਾ ਧਾਰੀ। ਫਿਰ ਗੁਰੂ ਸਾਹਿਬ ਜੀ ਨੇ ਹੋਰ ਸਥਾਨ ਨੂੰ ਚੱਲਣ ਦੀ ਇੱਛਾ ਧਾਰੀ ਹੈ ਕੀਤੀ ਹੈ। ਸ੍ਰੀ ਨਾਨਕ ਜੀ ਪਰ ਉਪਕਾਰੀ। ਜੋ ਗੁਰੂ ਨਾਨਕ ਸਾਹਿਬ ਜੀ ਬਹੁਤ ਮਹਾਨੀ ਪਰਉਪਕਾਰੀ ਹੈ ਪਰਉਪਕਾਰੀ ਗੁਰੂ ਪਿਆਰੇ। ਵਿਦਾ ਹੋਏ ਤਿਨ ਤੇ ਪ੍ਰਸਥਾਨੇ। ਉਹਨਾਂ ਉਸ ਸ਼ਹਿਰ ਦੇ ਨਗਰ ਦੇ ਲੋਕਾਂ ਤੋਂ ਵਿਦਾ ਹੋ ਕੇ ਮਹਾਰਾਜ ਅੱਗੇ ਚੱਲ ਪਏ। ਪਹੁੰਚੇ ਸਿੰਧ ਤੀਰ ਇੱਕ ਥਾਨੇ। ਇੱਕ ਸਮੁੰਦਰ ਦੇ ਕਿਨਾਰੇ ਦੇ ਜਿਹੜਾ ਸੋਹਣਾ ਸਥਾਨ ਹੈ ਸੀ ਉੱਥੇ ਜਾ ਪਹੁੰਚੇ ਗੁਰੂ ਸਾਹਿਬ ਜੀ। ਫਿਰ ਉੱਥੇ ਵੀ ਜਦੋਂ ਜਿਵੇਂ ਇਹੋ ਜਿਹਾ ਇੱਕ ਨਗਰ ਸੀ ਉੱਥੇ ਵੀ ਜਿਵੇਂ ਬੜੀ ਪਰੇਸ਼ਾਨੀ ਸੀ ਮਹਾਰਾਜ ਨੇ ਉਹਨਾਂ ਦੀ ਪਰੇਸ਼ਾਨੀ ਦੂਰ ਕੀਤੀ, ਦੁੱਖ ਨਿਵਰਤ ਕੀਤਾ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਜਪਾਇਆ, ਭੁੱਲੇ ਭਟਕਿਆਂ ਨੂੰ ਰਾਹੇ ਪਾਇਆ। ਉਹ ਪ੍ਰਸੰਗ ਜਿਹੜੇ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਸਮਾਪਤੀ ਹੈ। ਅਨੰਤ ਚਲਨ ਕੀ ਮਨਸਾ ਧਾਰੀ। ਸ੍ਰੀ ਨਾਨਕ ਜੀ ਪਰ ਉਪਕਾਰੀ। ਵਿਦਾ ਹੋਏ ਤਿਨ ਤੇ ਪ੍ਰਸਥਾਨੇ। ਪਹੁੰਚ
ਪਾਂਚੇ ਸਿੰਧ ਤੀਰ ਇਕ ਥਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।